वाहिगुरु जी का खालसा वाहिगुरु जी की फतेह। मेरे नाल ने साडे सत्कारयोग बापू जी प्रोफैसर इंदर सिंह जी घग्गा, जिन्हां दे नाल असीं गलबात दी सांझ पाउण जा रहे हां। सब तो पहलां बापू जी असीं आप जी नूं फतेह बुलाउने हां जी। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। ਅੱਜ ਅਸੀਂ ਗੱਲਬਾਤ ਕਰਨੀ ਹੈ ਜੀ ਆਪ ਜੀ ਦੇ ਨਾਲ ਕਿ ਜਿਹੜੇ ਗੋਰਿਆਂ ਦੇ ਰਾਜ ਦੇ ਵੇਲੇ ਸਿੱਖਾਂ ਵੱਲੋਂ ਗੁਰਦੁਆਰਿਆਂ ਦੀ ਆਜ਼ਾਦੀ ਦੇ ਲਈ ਮੂਵਮੈਂਟ ਚਲਾਈ ਗਈ ਸੀ ਜਾਂ ਮੋਰਚੇ ਲਾਏ ਗਏ ਸੀ ਤੇ ਉਹਨਾਂ ਦੇ ਜੋ ਪਿੱਛੇ ਅਸਲ ਕਾਰਨ ਕੀ ਸੀ ਤੇ ਉਹ ਸਾਨੂੰ ਤੁਸੀਂ ਅੱਜ ਜ਼ਰੂਰ ਦੱਸਿਓ। ਇੱਕ ਨਵੇਂ ਨਜ਼ਰੀਏ ਦੇ ਨਾਲ ਇੱਕ ਨਵੇਂ ਪਰਿਪੇਖ ਤੋਂ ਆਪਾਂ ਜਾਣਨ ਦਾ ਯਤਨ ਕਰੀਏ, ਕਿਉਂਕਿ ਅਸੀਂ ਉਹਨਾਂ ਬਾਰੇ ਸੁਣਿਆ ਬਹੁਤ ਹੈ, ਪੜ੍ਹਿਆ ਬਹੁਤ ਆ, ਪਰ ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਜਿਵੇਂ ਖੋਜ ਕੇਂਦਰ ਹੋਇਆ ਕਰਦੇ ਨੇ ਤੇ ਪੀਐਚਡੀ ਕਰਨ ਵਾਲਾ ਕੋਈ ਵੀ ਜਿਹੜਾ ਵਿਦਿਆਰਥੀ ਹੈ ਕਿਸੇ ਸਬਜੈਕਟ ਦੇ ਉੱਪਰ ਜਦੋਂ ਖੋਜ ਕਰਦਾ ਤਾਂ ਉਹਨੂੰ ਉਹ ਡਿਗਰੀ ਮਿਲਦੀ ਹੈ ਤੇ ਉਹ ਵੀ ਇੱਕ ਨਵੇਂ ਨਜ਼ਰੀਏ ਤੋਂ ਜਦੋਂ ਸੋਚਦਾ ਆ। ਇਸੇ ਤਰ੍ਹਾਂ ਸਾਇੰਸ ਦੇ ਵਿੱਚ ਨਵੇਂ-ਨਵੇਂ ਐਕਸਪੈਰੀਮੈਂਟ ਹੁੰਦੇ ਨੇ, ਪਰ ਇਤਿਹਾਸ ਦੇ ਉੱਪਰ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਕੋਈ ਨਵੀਂ ਗੱਲ ਨਾ ਕਰੋ, ਬਿਲਕੁਲ ਉਹੀ ਮੱਖੀ ਤੇ ਮੱਖੀ ਮਾਰੋ ਜੋ ਪਹਿਲਾਂ ਲਿਖਿਆ ਆ ਤੇ ਉਹਨੂੰ ਬਿਲਕੁਲ ਵੀ ਇੱਧਰ ਉੱਧਰ ਨਹੀਂ ਕਰਨਾ, ਤੇ ਨਹੀਂ ਤਾਂ ਫਿਰ ਹਾਲ ਪਹਾਰਿਆ ਮਚ ਜਾਂਦੀ ਹੈ। ਪਰ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਅੱਖਾਂ ਖੋਲ ਕੇ ਜਿਉਣ ਦੀ ਜਾਚ ਸਿਖਾਈ ਹੈ, ਦਿਮਾਗ ਖੋਲਣ ਦੀ ਗੱਲ ਕੀਤੀ ਹੈ, ਹਰੇਕ ਵਰਤਾਰੇ ਨੂੰ ਉਹਨਾਂ ਨੇ ਇੱਕ ਨਵੇਂ ਨਜ਼ਰੀਏ ਨਾਲ ਦੇਖਿਆ ਤੇ ਸਾਨੂੰ ਇਹ ਜੁਗਤ ਸਿਖਾਈ ਹੈ। ਸੋ ਜੇ ਪੁਰਾਣੇ ਸਮੇਂ ਦੇ ਵਿੱਚ ਸਾਡੇ ਬਜ਼ੁਰਗਾਂ ਦੇ ਨਾਲ ਜੋ ਕੁਝ ਵੀ ਵਾਪਰਿਆ, ਉਹਨਾਂ ਘਟਨਾਵਾਂ ਨੂੰ ਜੇ ਇੱਕ ਨਵੇਂ ਨਜ਼ਰੀਏ ਤੋਂ ਅਸੀਂ ਦੇਖਣ ਦਾ ਯਤਨ ਕਰਦੇ ਹਾਂ ਤਾਂ ਮੈਨੂੰ ਲੱਗਦਾ ਇਹਦੇ 'ਚ ਕੋਈ ਗਲਤੀ ਨਹੀਂ ਹੈ ਤੇ ਨਾ ਕੋਈ ਇਹ ਪਾਪ ਹੈਗਾ ਹੈ। ਤੇ ਤਾਂ ਹੀ ਅਸੀਂ ਅੱਜ ਗੱਲ ਕਰਨੀ, ਕਿਉਂਕਿ ਨਨਕਾਣਾ ਸਾਹਿਬ ਦੇ ਸਾਕੇ ਨੂੰ ਨਾ ਕਿਉਂਕਿ ਉਹ 2021 ਹੁਣ ਹੈਗਾ ਤੇ ਇਹਨੂੰ 100 ਸਾਲ ਹੋ ਗਿਆ ਤੇ ਇਹਦੇ ਉੱਪਰ ਬੜੇ-ਬੜੇ ਸੈਮੀਨਾਰ ਪ੍ਰੋਗਰਾਮ ਹੋ ਰਹੇ ਨੇ, ਪਰ ਸਿਰਫ ਉਹੀ ਕਿਹਾ ਜਾ ਰਿਹਾ ਕਿ ਦੇਖੋ ਸਾਡੇ ਨਾਲ ਇਦਾਂ ਹੋਇਆ, ਸਾਡੇ ਜਿਹੜੇ ਉਹ ਸ਼ਹੀਦ ਜਿਹੜੇ ਸਿੰਘ ਸੀਗੇ ਉਹਨਾਂ ਨੂੰ ਨਿਹੱਥਿਆਂ ਦੇ ਉੱਪਰ ਏਦਾਂ ਅਟੈਕ ਕੀਤੇ ਗਏ ਨਰੈਣ ਦਾਸ ਮਹੰਤ ਵੱਲੋਂ ਜਾਂ ਹੋਰ। ਬਿਲਕੁਲ ਸਹੀ ਹੈ, ਕੋਈ ਸ਼ੱਕ ਨਹੀਂ ਵਾਪਰਿਆ, ਪਰ ਇਹਨਾਂ ਦੇ ਪਿੱਛੇ ਅਸਲ ਕਾਰਨ ਕੀ ਸੀ? ਨਨਕਾਣਾ ਸਾਹਿਬ ਦਾ ਜੋ ਸਾਕਾ ਵਾਪਰਨ ਦੀ ਜੋ ਘਟਨਾ ਆ, ਇਹਨੂੰ ਤੁਸੀਂ ਕਿਵੇਂ ਦੇਖਿਆ, ਜਾਣਿਆ ਤੇ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ। ਇੱਥੇ ਪਹਿਲੀ ਗੱਲ ਤਾਂ ਇਹ ਸਾਡੇ ਧਿਆਨ ਚ ਰਵੇ ਕਿ ਸਾਡੇ ਪੂਜਾ ਅਸਥਾਨ ਗੁਰੂ ਸਾਹਿਬ ਨੇ ਉੱਕਾ ਹੀ ਨਹੀਂ ਬਣਾਏ, ਕੇਵਲ ਪ੍ਰਚਾਰ ਦੇ ਕੇਂਦਰ ਸਾਧ ਸੰਗਤ ਇਕੱਠੀ ਹੋ ਕੇ ਆਪਣਾ ਸਕੂਲ ਦੇ ਤੌਰ ਤੇ, ਕਾਲਜ ਦੇ ਤੌਰ ਤੇ, ਕਿਉਂਕਿ ਉਹਨਾਂ ਜ਼ਮਾਨਿਆਂ 'ਚ ਕੋਈ ਸਕੂਲ ਕਾਲਜ ਨਹੀਂ ਹੁੰਦੇ ਸੀ। ਇਹ ਜਿਹੜੇ ਸਾਡੇ ਸੰਗਤਾਂ ਦੇ ਧਰਮ ਸਥਾਨ ਬਣੇ ਹੋਏ ਸੀ, ਇੱਥੇ ਜਿੰਨੀ ਵਿੱਦਿਆ ਉਹਨਾਂ ਜ਼ਮਾਨਿਆਂ 'ਚ ਦਿੱਤੀ ਜਾ ਸਕਦੀ ਸੀ ਉਹ ਵੱਧ ਤੋਂ ਵੱਧ ਵਿੱਦਿਆ ਗੁਰੂ ਸਾਹਿਬਾਨ ਨੇ ਇਹਨਾਂ ਸਾਧ ਸੰਗਤ ਦੇ ਰਾਹੀਂ ਲੋਕਾਂ ਤੱਕ ਪਹੁੰਚਾਈ ਤੇ ਆਪਣੇ ਧਰਮ ਪ੍ਰਚਾਰਕ ਥਾਂ ਥਾਈਂ ਉਹਨਾਂ ਨੇ ਨਿਯੁਕਤ ਕੀਤੇ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਿਤ ਹੋ ਗਿਆ, ਇਧਰ ਮਾਲਵੇ ਦੇ ਵਿੱਚ ਵੀ ਕੁਝ ਰਾਜਿਆਂ ਨੇ ਆਪੋ ਆਪਣੇ ਛੋਟੇ-ਛੋਟੇ ਰਾਜ ਸਥਾਪਿਤ ਕਰ ਲਏ ਤੇ ਸਿੱਖਾਂ ਨੂੰ ਅਮਨ ਨਾਲ ਜ਼ਿੰਦਗੀ ਜਿਉਣ ਦਾ ਮੌਕਾ ਮਿਲ ਗਿਆ। ਉਦੋਂ ਇਹ ਗੁਰਦੁਆਰੇ ਉਸਾਰੇ ਗਏ, ਉਦੋਂ ਗੁਰਦੁਆਰਿਆਂ 'ਚ ਪੁਜਾਰੀ ਤਬਕਾ ਆ ਗਿਆ, ਕਿਉਂਕਿ ਅਨਪੜ੍ਹਤਾ ਬਹੁਤੀ ਸੀ ਤੇ ਰਾਜੇ ਮਹਾਰਾਜਿਆਂ ਨੇ ਪ੍ਰਜਾ ਦੀ ਖੁਸ਼ੀ ਲੈਣ ਵਾਸਤੇ ਜ਼ਮੀਨਾਂ ਜਾਇਦਾਦਾਂ ਵੀ ਗੁਰਦੁਆਰਿਆਂ ਦੇ ਨਾਮ ਤੇ ਬਹੁਤ ਲਵਾ ਦਿੱਤੀਆਂ। ਤੇ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਜਿਹੜਾ ਕਿ ਸਾਡਾ ਸਭ ਤੋਂ ਪ੍ਰਮੁੱਖ ਸਥਾਨ ਨਨਕਾਣਾ ਸਾਹਿਬ ਮੰਨਿਆ ਜਾਂਦਾ ਹੈ, ਉਹਦੇ ਨਾਲ ਕਈ ਹਜ਼ਾਰ ਏਕੜ ਜ਼ਮੀਨ ਉਹਨਾਂ ਜ਼ਮਾਨਿਆਂ 'ਚ ਲਵਾ ਦਿੱਤੀ ਸੀ ਤਾਂ ਕਿ ਇੱਥੇ ਕੋਈ ਧਰਮ ਪ੍ਰਚਾਰ ਦੇ ਵਧੀਆ ਕਾਰਜ ਹੋ ਸਕਣ। ਪਰ ਇਸ ਤਰ੍ਹਾਂ ਨਹੀਂ ਹੋ ਸਕਿਆ। ਸਮੇਂ ਦੇ ਬੀਤਣ ਨਾਲ ਆਪਾਂ ਸਿੱਖਾਂ ਨੇ ਉਦੋਂ ਤਾਂ ਅਣਗਹਿਲੀਆਂ ਵਰਤੀਆਂ 100 ਸਾਲ ਪਹਿਲਾਂ ਤਾਂ ਬਹੁਤ ਅਣਜਾਣਪੁਣਾ ਸੀ। ਅੱਜ ਤੱਕ ਵੀ ਸਾਨੂੰ ਨਹੀਂ ਪਤਾ ਕਿ ਅੱਜ ਵੀ ਸਾਡੇ ਵਿੱਚ ਡੇਰੇ ਉਸੇ ਤਰ੍ਹਾਂ ਪ੍ਰਫੁੱਲਤ ਹੋਏ ਨੇ। ਲੱਖਾਂ ਕਰੋੜਾਂ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਡੇਰਿਆਂ ਕੋਲੇ ਅੱਜ ਵੀ ਮੌਜੂਦ ਨੇ। ਜੇ ਨਨਕਾਣਾ ਸਾਹਿਬ ਵਾਲੇ ਮਹੰਤ ਕੋਲੋਂ ਏਦਾਂ ਹਮਲਾ ਕਰਕੇ, ਮਾਰਕਾਟ ਕਰਕੇ ਉਹ ਜ਼ਮੀਨ ਜਾਇਦਾਦ ਜਾਂ ਕਬਜ਼ਾ ਲੈਣਾ ਠੀਕ ਸਮਝਿਆ ਜਾਂਦਾ ਹੈ, ਤਾਂ ਅੱਜ ਜਿਹੜੇ ਨਾਨਕ ਸਰੀਏ, ਅੱਜ ਜਿਹੜੇ ਕਲੇਰਾਂ ਵਾਲੇ, ਅੱਜ ਜਿਹੜੇ ਹੋਰ ਤਰ੍ਹਾਂ ਦੇ ਸਾਧ ਨੇ, ਫਿਰ ਕੀ ਉਹਨਾਂ ਤੇ ਹਮਲਾ ਕਰਕੇ ਜ਼ਮੀਨ ਜਾਇਦਾਦ ਖੋਹਣੀ ਇਹ ਵਾਜਬ ਮੰਨੀ ਜਾਵੇਗੀ? ਜਿਹਨੂੰ ਇਤਰਾਜ਼ ਹੈ ਉਹ ਕਾਨੂੰਨੀ ਤੌਰ ਤੇ ਸਰਕਾਰ ਕੋਲੇ ਮੁਕੱਦਮਾ ਦਰਜ ਕਰਾਵੇ, ਆਪਣੇ ਆਪ ਨੂੰ ਉਹ ਇੰਨਾ ਵਿਕਸਿਤ ਕਰੇ ਕਿ ਲੋਕਾਂ ਨੂੰ ਜਾਗਰੂਕ ਕਰੇ ਤੇ ਜਾਗਰੂਕ ਕਰਕੇ ਲੋਕਾਂ ਨੂੰ ਤੇ ਫਿਰ ਉਹ ਉਹਦਾ ਪ੍ਰਬੰਧ ਬਦਲ ਦੇਵੇ। ਨਹੀਂ ਤਾਂ ਇਹ ਮਾਰਕਾਟ ਸਾਡਾ ਬਹੁਤ ਨੁਕਸਾਨ ਕਰੇਗੀ। ਤੋ ਉੱਥੇ ਨਨਕਾਣਾ ਸਾਹਿਬ ਦਾ ਇਹ ਵੀ ਕਹਾਣੀ ਘੜੀ ਗਈ ਹੈ ਕਿ ਉੱਥੇ ਕੁਝ ਲੋਕ ਯਾਤਰੀ ਆਏ ਸੀ। ਕੋਈ ਇੱਕ ਜੱਜ ਭਾਈ ਸੀ ਜਿਹੜਾ ਸਿੰਧੀ ਸੀ, ਉਹਦੀ ਬੇਟੀ ਨਾਲ
ਉੱਥੇ ਦੁਸ਼ਟਕਰਮ ਹੋਇਆ, ਨਾ ਉਸ ਜੱਜ ਦਾ ਨਾਮ ਦਾ ਪਤਾ, ਨਾ ਉਹਦੀ ਲੜਕੀ ਦੇ ਨਾਮ ਦਾ ਪਤਾ, ਉਹ ਕਿੱਥੇ ਜੱਜ ਲੱਗਿਆ ਹੋਇਆ ਸੀ ਕੋਈ ਪਤਾ ਨਹੀਂ। ਬਸ ਇਹ ਅਫਵਾਹ ਉਡਾ ਦਿੱਤੀ ਗਈ। ਉਸ ਤੋਂ ਬਾਅਦ ਸਿੱਖਾਂ ਦੇ ਅੰਦਰ ਪ੍ਰਚਾਰ ਦਿੱਤੀ ਗਈ, ਗੁੱਸਾ ਫੈਲ ਗਿਆ। ਅਸਲ ਦੇ ਵਿੱਚ ਆਜ਼ਾਦੀ ਦੀ ਲੜਾਈ ਵੱਲੋਂ ਇਸ ਗੁਰਦੁਆਰਿਆਂ ਵਾਲੀ ਲੜਾਈ ਵੱਲ ਸਿੱਖਾਂ ਨੂੰ ਮੋੜ ਕੇ ਉਲਝਾ ਦਿੱਤਾ, ਤਾਂ ਕਿ ਸਿੱਖ ਆਜ਼ਾਦੀ ਦੀ ਲੜਾਈ ਦੇ ਵਿੱਚ ਹਿੱਸਾ ਨਾ ਲੈ ਸਕਣ ਤੇ ਇੱਧਰ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦਾ, ਗੋਲਕਾਂ ਖੋਹਣ ਦਾ, ਕਬਜ਼ਾ ਕਰਨ ਦਾ ਇਸ ਕੰਮ ਦੇ ਵਿੱਚ ਆਪਣਾ ਸਮਾਂ, ਆਪਣੀ ਸ਼ਕਤੀ ਅਤੇ ਆਪਣੀ ਕੀਮਤੀਆਂ ਜਾਨਾਂ ਇਹ ਗੁਰਦੁਆਰਿਆਂ ਦੀ ਆਜ਼ਾਦੀ ਵਾਸਤੇ ਉਹ ਲੇਖੇ ਲਾਉਣੀਆਂ ਸ਼ੁਰੂ ਕਰ ਦੇਣ। ਇਹ ਇਸ ਤਰ੍ਹਾਂ ਦਾ ਇੱਕ ਮੋੜਾ ਇਸ ਬਹਾਨੇ ਆ ਗਿਆ। ਮੈਂ ਇੱਥੇ ਇੱਕ ਗੱਲ ਹੋਰ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹੂੰਗੀ, ਇਸੇ ਬਹਾਨੇ ਸਾਡੇ ਜਿਹੜੇ ਸੁਣਨ ਵਾਲੇ ਨੇ ਉਹ ਸੁਣ ਲੈਣ ਕਿ ਜਿਹੜਾ ਜੱਜ ਆ ਨਾ, ਬਹੁਤ ਵੱਡੀ ਪੋਸਟ ਆ ਇਹ, ਤੇ ਜੱਜ ਉਸ ਵੇਲੇ ਬ੍ਰਿਟਿਸ਼ ਸਰਕਾਰ ਵੱਲੋਂ ਜਿਹੜੀ ਇੱਥੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਉਸ ਵੇਲੇ ਰੂਲ ਕਰਦੀ ਸੀ, ਉਹਨਾਂ ਦੇ ਵੱਲੋਂ ਲਗਾਇਆ ਹੋਇਆ ਸੀ। ਤੇ ਜੱਜ ਨੇ ਸਿੱਖਾਂ ਦੇ ਕੋਲ ਅਪਰੋਚ ਕਿਉਂ ਕੀਤੀ? ਮਤਲਬ ਸਰਕਾਰ ਦਾ ਬੰਦਾ ਸੀ, ਉਹ ਤਾਂ ਸਰਕਾਰ ਕੋਲ ਅਪਰੋਚ ਕਰਦਾ। ਤੇ ਮਹੰਤਾਂ ਦੀ ਹਿੰਮਤ ਕਿਵੇਂ ਪਈ ਇੱਕ ਜੱਜ ਦੀ ਜਿਹੜੀ ਬੱਚੀ ਹੈ ਉਹਦੇ ਨਾਲ ਦੁਸ਼ਕਰਮ ਕਰਨ ਦੀ? ਉਹਨਾਂ ਨੂੰ ਪਤਾ ਨਹੀਂ ਸੀ ਕਿ ਸਾਡੇ ਹਾਲਾਤ ਕੀ ਹੋਣਗੇ। ਤੇ ਸੋ ਇਸੇ ਕਰਕੇ ਲੱਗਦਾ ਹੈ ਕਿ ਇਹ ਘਟਨਾ ਸ਼ਾਇਦ ਉਡਾਈ ਗਈ ਹੈ, ਕਿਉਂਕਿ ਉਹਨਾਂ ਵੇਲੇ 'ਚ ਤਾਂ ਸ਼ਾਇਦ ਇੱਕ ਪਿੰਡ ਦੀ ਗੱਲ ਵੀ ਦੂਜੇ ਪਿੰਡ 'ਚ ਬੜੀ ਹੋਰ ਤਰ੍ਹਾਂ ਹੋ ਕੇ ਪਹੁੰਚਦੀ ਹੋਏਗੀ। ਅੱਜ ਦੇ ਸਮੇਂ 'ਚ ਵੀ ਜਿਹੜਾ ਥੋੜਾ ਸਮਾਂ ਪਹਿਲਾਂ ਬੀਤੀਆਂ ਘਟਨਾਵਾਂ ਨੂੰ ਕਈ ਵਾਰੀ ਹੋਰ ਰੰਗ ਦੇ ਦਿੱਤਾ ਜਾਂਦਾ ਹੈ, ਉਹਨਾਂ ਸਮਿਆਂ 'ਚ ਵੀ ਇਸੇ ਤਰ੍ਹਾਂ ਹੋਇਆ ਹੋ ਸਕਦਾ ਹੈ। ਬਿਲਕੁਲ ਇਹ ਠੀਕ ਹੈ। ਇਤਿਹਾਸ ਨੂੰ ਬਹੁਤ ਤੋੜਿਆ ਮਰੋੜਿਆ ਗਿਆ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਦੱਸ ਦਿੰਦਾ। ਸ਼ਾਮ ਸਿੰਘ ਅਟਾਰੀ ਵਾਲਾ ਬੜਾ ਬਹਾਦਰ ਸੀ, ਉਹਨੇ ਆਪਣੀ ਜਾਨ ਤੱਕ ਵਾਰ ਦਿੱਤੀ, ਪਰ ਦੋ ਹੋਰ ਯੋਧੇ ਲਹਿਣਾ ਸਿੰਘ ਅਤੇ ਉਹਦਾ ਬੇਟਾ ਸ਼ੇਰ ਸਿੰਘ, ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਇੱਕ ਲੜਾਈ ਲੜੀ ਤੇ ਅੰਗਰੇਜ਼ਾਂ ਦੀਆਂ ਫੌਜਾਂ ਹਾਰ ਗਈਆਂ, ਪਿੱਛੇ ਹਟ ਗਈਆਂ। ਤੇ ਸ਼ੇਰ ਸਿੰਘ ਹੈ ਉਦੋਂ ਮੁੜ ਕੇ ਅੰਗਰੇਜ਼ਾਂ ਤੇ ਵੱਡਾ ਹਮਲਾ ਕਰਨ ਦੀ ਥਾਂ ਤੇ, ਉਹਨਾਂ ਦੀ ਫੌਜ ਨੂੰ ਮਾਰਨ ਜਾਂ ਭਜਾਉਣ ਦੀ ਥਾਂ ਤੇ ਆਪ ਲਾਹੌਰ ਚਲਾ ਗਿਆ, ਐਸ਼ ਪ੍ਰਸਤੀ ਕਰਦਾ ਰਿਹਾ। ਆਪਣੇ ਫੌਜੀਆਂ ਨੂੰ ਉੱਥੇ ਬੈਠਣ ਵਾਸਤੇ ਉਹਨੇ ਕਹਿ ਦਿੱਤਾ। ਤੇ 2 ਮਹੀਨਿਆਂ ਤੋਂ ਬਾਅਦ ਅੰਗਰੇਜ਼ਾਂ ਨੇ ਹੋਰ ਫੌਜ ਮੰਗਾਈ, ਹੋਰ ਤੋਪਾਂ ਮੰਗਾਈਆਂ ਤੇ ਅਚਨਚੇਤੀ ਸਿੱਖਾਂ ਤੇ ਹਮਲਾ ਕਰ ਦਿੱਤਾ ਤੇ ਸਿੱਖਾਂ ਦੀ ਬਹੁਤ ਵੱਡੀ ਫੌਜ ਮਾਰੀ ਗਈ, ਸਾਰੀਆਂ ਤੋਪਾਂ ਖੋਲੀਆਂ ਗਈਆਂ। ਇਹ ਸਾਰਾ ਕੁਝ ਸ਼ੇਰ ਸਿੰਘ ਨੇ ਆਪਣੀ ਅਣਗਹਿਲੀ ਦੇ ਕਾਰਨ ਆਪ ਕਰਵਾ ਲਿਆ, ਇਹਨਾਂ ਗੱਲਾਂ ਨੂੰ ਕਦੇ ਸਾਹਮਣੇ ਨਹੀਂ ਆਉਣ ਦਿੱਤਾ। ਤੇ ਇਹੋ ਜਿਹਾ ਜਿਹੜੀਆਂ ਸਿੱਖਾਂ ਨੇ ਗਲਤੀਆਂ ਕੀਤੀਆਂ ਜੰਗਾਂ ਯੁੱਧਾਂ ਦੇ ਵਿੱਚ, ਉਹਨਾਂ ਨੂੰ ਜੇ ਆਪਾਂ ਠੀਕ ਢੰਗ ਨਾਲ ਪੇਸ਼ ਕਰਦੇ ਤਾਂ ਕਿ ਬਾਰ-ਬਾਰ ਫਿਰ ਸਿੱਖਾਂ ਦੇ ਨਾਲ ਇਸ ਤਰ੍ਹਾਂ ਦੇ ਧੋਖੇ ਅਤੇ ਗਲਤੀਆਂ ਫਿਰ ਨਾ ਹੁੰਦੀਆਂ। ਪਰ ਇਹ ਸਾਰਾ ਕੁਝ ਛੁਪਾ ਲਿਆ ਗਿਆ ਤੇ ਇਸ ਤਰ੍ਹਾਂ ਦੇ ਗੁਰਦੁਆਰਿਆਂ ਦੀ ਲੜਾਈ ਅੱਗੇ ਉਭਾਰ ਦਿੱਤੀ ਗਈ। ਸਾਡੀ ਲੜਾਈ ਗੁਰਦੁਆਰਿਆਂ ਵਾਸਤੇ ਨਹੀਂ ਸੀ, ਸਾਡੀ ਲੜਾਈ ਆਜ਼ਾਦੀ ਵਾਸਤੇ ਸੀ। ਆਜ਼ਾਦੀ ਦੀ ਲੜਾਈ ਵਾਸਤੇ ਜਿਹੜੇ ਸਿੰਘ ਲੜ ਰਹੇ ਸੀ ਉਹ ਵੀ ਆਪਣੇ ਥਾਂ ਤੇ ਮਹੱਤਵਪੂਰਨ ਸੀ, ਪਰ ਗਿਣਤੀ ਸਿੱਖਾਂ ਦੀ ਘੱਟ ਹੋਣ ਕਰਕੇ ਇੰਨੀਆਂ ਲੜਾਈਆਂ ਕੰਟਰੋਲ ਵਿੱਚ ਰਹਿਣੀਆਂ ਤੇ ਉਹਨਾਂ ਨੂੰ ਜਿੱਤ ਹਾਸਲ ਕਰਨੀ ਇਹ ਸੰਭਵ ਨਹੀਂ ਹੋਇਆ ਕਰਦਾ। ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਮੈਂ ਇੱਕ ਗੱਲ ਹੋਰ ਅੱਗੇ ਪੁੱਛਣਾ ਚਾਹਾਂਗੀ ਬਾਪੂ ਜੀ, ਮੈਂ ਕਈ ਲੋਕਾਂ ਤੋਂ ਸੁਣਿਆ ਕਿ ਗਾਂਧੀ ਨੇ ਵੀ ਜਦੋਂ ਨਨਕਾਣਾ ਸਾਹਿਬ ਦੀ ਜਿਹੜੀ ਜਿੱਤ ਹੋ ਗਈ, ਮਤਲਬ ਸਿੱਖਾਂ ਦੇ ਹੱਥ ਵਿੱਚ ਕਬਜ਼ਾ ਆ ਗਿਆ, ਜਿਵੇਂ ਕਿ ਕਿਹਾ ਜਾਂਦਾ ਹੈ ਕਿ ਮਹੰਤ ਉੱਥੋਂ ਦੌੜ ਗਏ, ਤਾਂ ਉਹਨੇ ਵੀ ਵਧਾਈਆਂ ਦਿੱਤੀਆਂ ਕਿ ਤੁਸੀਂ ਆਜ਼ਾਦੀ ਦੀ ਅੱਧੀ ਲੜਾਈ ਹੈ ਜਿਹੜੀ ਜਿੱਤ ਲਈ ਹੈ। ਪਰ ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ ਕਿ ਕੀ ਜਿਹੜਾ ਗਾਂਧੀ ਹੈ ਕਿ ਸੱਚਮੁੱਚ ਸਿੱਖਾਂ ਤੋਂ ਪ੍ਰਭਾਵਿਤ ਹੋਇਆ ਸੀ? ਇੱਥੇ ਨਾ ਸੋਚਣ ਵਾਲੀ ਗੱਲ ਇਹ ਹੈ, ਗਾਂਧੀ ਨੇ ਇਹ ਵੀ ਤਾਂ ਕਿੰਨੀ ਵਾਰੀ ਕਿਹਾ ਸੀ ਕਿ ਭਾਈ ਆਪਾਂ ਪਹਿਲਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜ ਲਈਏ, ਜਦੋਂ ਦੇਸ਼ ਆਜ਼ਾਦ ਹੋ ਗਿਆ ਗੁਰਦੁਆਰੇ ਤੁਹਾਡੇ ਹੀ ਕੰਟਰੋਲ 'ਚ ਹੋਣਗੇ, ਆਪਣੇ ਆਪ ਆਜ਼ਾਦ ਹੋਣਗੇ ਤੇ ਹਾਲ ਦੀ ਘੜੀ ਆਪਾਂ ਸਾਰਾ ਧਿਆਨ ਦੇਸ਼ ਦੀ ਆਜ਼ਾਦੀ ਵੱਲ ਦਈਏ। ਪਰ ਇਸ ਪਾਸੇ ਸਿੱਖਾਂ ਨੂੰ ਜਿਹੜਾ ਧਿਆਨ ਦੇਣ ਦਾ ਕਦੀ ਸੋਚਿਆ ਹੀ ਨਹੀਂ ਕਿ ਅਸੀਂ ਇੰਨੀਆਂ ਲੜਾਈਆਂ ਇੱਕੋ ਟਾਈਮ ਤੇ ਨਾ ਛੇੜੀਏ। ਅਗਲੀ ਗੱਲ, ਤੇ ਜਿਹੜੀ ਜੇ ਆਜ਼ਾਦੀ ਦੀ ਲੜਾਈ ਅੱਧੀ ਗੁਰਦੁਆਰਾ ਆਜ਼ਾਦ ਹੋਣ ਦੇ ਨਾਲ ਜਿੱਤ ਲਈ ਗਈ ਹੈ, ਤੇ ਅੱਜ ਤੱਕ ਫਿਰ ਸਿੱਖ ਆਪਣੇ ਆਪ ਨੂੰ ਕਿਉਂ ਸ਼ੋਰ ਮਚਾਉਂਦੇ ਨੇ ਕਿ ਅਸੀਂ ਗੁਲਾਮ ਆ? ਤੇ ਅੱਜ ਤੱਕ ਵੀ ਉਹ ਗੁਰਦੁਆਰੇ ਤਾਂ ਸਿੱਖਾਂ ਦੇ ਕੰਟਰੋਲ 'ਚ ਨੇ ਸਾਰੇ, ਤੇ ਫਿਰ ਗੁਲਾਮੀ ਦਾ ਰੌਲਾ ਕਾਹਨੂੰ ਪਾਉਂਦੇ ਨੇ? ਸੋ ਗੱਲ ਸੀ ਉਦੋਂ ਦੀ ਆਜ਼ਾਦੀ ਦੀ ਕਿ ਸਾਰੇ ਦੇਸ਼ ਨੂੰ ਪਹਿਲਾਂ ਆਜ਼ਾਦ ਕਰਾ ਲਓ, ਗੁਰਦੁਆਰਿਆਂ ਦੀ ਲੜਾਈ ਨਾ ਲੜੋ। ਪਰ ਇਹ ਰਸਮੀ ਤੌਰ ਤੇ ਜੇ ਸਿੱਖਾਂ ਨੇ ਇੱਕ ਆਜ਼ਾਦੀ ਦੀ ਲੜਾਈ ਕੁਝ ਹੱਦ ਤੱਕ ਜਿੱਤ ਲਈ ਹੈ, ਅੰਗਰੇਜ਼ਾਂ ਨੇ ਆਪਣੀ ਤਾਕਤ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਉਦੋਂ। ਹਾਲਾਂਕਿ ਜਦੋਂ ਕਰਤਾਰ ਸਿੰਘ ਝੱਬਰ ਬਹੁਤ ਸਾਰਾ ਵੱਡਾ ਜਥਾ ਲੈ ਕੇ ਮਰਨ ਮਾਰਨ ਦਾ ਇਰਾਦਾ ਕਰਕੇ ਤੇ ਅਰਦਾਸ ਸੋਧ ਕੇ ਉਹ ਨਨਕਾਣਾ ਸਾਹਿਬ ਨੂੰ ਜਾਣ ਲੱਗਿਆ ਸੀ,
ਤੇ ਉਦੋਂ ਅੰਗਰੇਜ਼ਾਂ ਨੇ ਰਾਹ ਦੇ ਵਿੱਚ ਫੌਜ ਆਪਣੀ ਪੁਲਿਸ ਹਥਿਆਰਬੰਦ ਉਹ ਤਿਆਰ ਕੀਤੀ ਹੋਈ ਸੀ। ਜੇ ਉਹ ਕਿਤੇ ਗੋਲੀ ਚਲਾ ਦਿੰਦੇ ਪਤਾ ਨਹੀਂ ਹੋਰ ਕਿੰਨੇ ਹਜ਼ਾਰਾਂ ਸਿੱਖ ਗੁਰਦੁਆਰੇ ਵਾਸਤੇ ਮਾਰੇ ਜਾਣੇ ਸੀ। ਉਹ ਤਾਂ ਉਹ ਕਿੰਨੇ ਨੇਕ ਇਨਸਾਨ ਸੀ, ਉਹਨਾਂ ਨੇ ਜਦੋਂ ਦੇਖਿਆ ਕਿ ਇਹ ਨਹੀਂ ਹਟਣ ਵਾਲੇ ਤਾਂ ਇਹਨਾਂ ਤੇ ਗੋਲੀ ਨਾ ਚਲਾਓ ਤੇ ਇਹਨਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਤੋਂ ਇਸ ਤਰ੍ਹਾਂ ਇਹ ਵੱਡਾ ਘੱਲੂਘਾਰਾ ਹੋਣੋਂ ਬਚ ਗਿਆ ਤੇ ਉੱਥੇ 200 ਕੋਈ 150 ਤੇ ਕੋਈ 250 ਕਹਿੰਦਾ, ਪੱਕੀ ਗਿਣਤੀ ਨਹੀਂ ਹੈ। ਨਨਕਾਣਾ ਸਾਹਿਬ ਉਦੋਂ ਪਹਿਲੋਂ ਲਛਮਣ ਸਿੰਘ ਧਾਰੋਵਾਲ ਦੇ ਜਥੇ ਦੇ ਨਾਲ ਬਹੁਤ ਸਾਰੇ ਸਿੰਘ ਉੱਥੇ ਲੇਖੇ ਲਾਗੇ ਗੁਰਦੁਆਰੇ ਦੀ ਆਜ਼ਾਦੀ ਵਾਸਤੇ। ਇੱਕ ਮੈਂ ਹੋਰ ਗੱਲ ਪੁੱਛਣੀ ਚਾਹਾਂਗੀ ਤੁਹਾਡੇ ਤੋਂ ਕਿ ਜਿਵੇਂ ਇਹ ਕਿਹਾ ਗਿਆ ਕਿਉਂਕਿ ਲਛਮਣ ਸਿੰਘ ਧਾਰੋਵਾਲ ਨੇ ਕਹਿੰਦੇ ਵੀ ਅਰਦਾਸ ਕਰ ਲਈ ਸੀ ਵੀ ਸਿੱਖ ਅਰਦਾਸ ਤੋਂ ਨਹੀਂ ਫਿਰ ਪਿੱਛੇ ਹਟਦਾ ਹੁੰਦਾ, ਫਿਰ ਉਹਨੂੰ ਆਪਣੀ ਜਾਨ ਦੀ ਬਾਜੀ ਲਗਾਉਣੀ ਪੈਂਦੀ ਹੈ। ਮਤਲਬ ਇਹ ਪਰੰਪਰਾ ਕਦੋਂ ਤੋਂ ਸ਼ੁਰੂ ਹੋਈ ਸਾਡੀ? ਇਹ ਤਾਂ ਜੇ ਤਾਂ ਸਾਨੂੰ ਪਤਾ ਹੈ ਕਿ ਮੇਰੀ ਅਰਦਾਸ ਕਿ ਬਹੁਤ ਮਹੱਤਵਪੂਰਨ ਵੱਡੇ ਕੰਮ ਵਾਸਤੇ ਹੈ ਤੇ ਉਹ ਹੈ ਆਖਰੀ ਸਾਡਾ ਦਾ ਆਖਰੀ ਕਸਮ ਕਿ ਮੈਂ ਹੁਣ ਮੌਤ ਤੋਂ ਸਿਵਾਏ ਹੋਰ ਕਿਸੇ ਗੱਲ ਨੂੰ ਪਰਵਾਹ ਨਹੀਂ ਕਰਾਂਗਾ। ਪਰ ਇਹ ਤਾਂ ਸਾਨੂੰ ਪਤਾ ਹੈ ਕਿ ਅਸੀਂ ਜਿਉਂਦੇ ਰਹਿਣਾ ਹੈ, ਸਾਡੀ ਆਬਾਦੀ ਬਹੁਤ ਘੱਟ ਹੈ ਤੇ ਅਸੀਂ ਆਪਣੇ ਲੋਕਾਂ ਨੂੰ ਲਾਮਬੰਦ ਕਰਨਾ ਹੈ ਤੇ ਸਰਕਾਰ ਦੀ ਤਾਕਤ ਕਿੰਨੀ ਹੈ। ਇਸ ਤਰ੍ਹਾਂ ਕਸਮ ਖਾ ਕੇ ਤਾਂ ਜਿਵੇਂ ਦਰਸ਼ਨ ਸਿੰਘ ਫੇਰੂਮਾਨ ਨੇ 73 ਦਿਨਾਂ ਤੱਕ ਜਿਹੜੀ ਹੈ ਭੁੱਖ ਹੜਤਾਲ ਕਰਕੇ ਆਪਣੀ ਜਾਨ ਵਾਰ ਦਿੱਤੀ। ਇੱਕ ਬਾਪੂ ਸੂਰਤ ਸਿੰਘ ਅੱਜ ਤੱਕ ਅਰਦਾਸ ਕਰਕੇ ਹਸਪਤਾਲਾਂ 'ਚ ਪਿਆ, ਕਿੰਨੇ ਸਾਲਾਂ ਤੋਂ ਉਹ ਭੁੱਖ ਹੜਤਾਲ ਕਰ ਰਿਹਾ ਪਰ ਫਿਰ ਵੀ ਉਹ ਜੂਸ ਵਗੈਰਾ ਹਸਪਤਾਲ ਵਾਲੇ ਪਿਆਉਂਦੇ ਨੇ, ਉਹ ਵੀ ਇਹੀ ਕਹਿੰਦਾ ਕਿ ਮੈਂ ਮਰ ਜਾਣਾ। ਇਹ ਇੱਕ ਪਰਸਨਲ ਬੰਦੇ ਦਾ ਫੈਸਲਾ ਹੋ ਸਕਦਾ ਹੈ, ਇਹ ਕੌਮੀ ਤੌਰ ਤੇ ਸਾਂਝਾ ਫੈਸਲਾ ਨਹੀਂ ਹੋ ਸਕਦਾ। ਹੋਰਨਾਂ ਲੋਕਾਂ ਦੀਆਂ ਜਾਨਾਂ ਦਾ ਧਿਆਨ ਵੀ ਰੱਖਣਾ ਬਣਦਾ ਹੈ। ਇੱਕ ਬੰਦੇ ਨੇ ਨਿੱਜੀ ਤੌਰ ਤੇ ਕੋਈ ਅਰਦਾਸ ਕਰ ਦਿੱਤੀ, ਇਹ ਉਹਦਾ ਨਿੱਜੀ ਫੈਸਲਾ ਹੈ, ਸਾਰੀ ਕੌਮ ਦਾ ਫੈਸਲਾ ਨਹੀਂ ਹੈ। ਕੀ ਗੁਰੂ ਕਾਲ ਦੇ ਵਿੱਚ ਕਦੀ ਅਜਿਹਾ ਹੋਇਆ ਕਿ ਅਸੀਂ ਏਦਾਂ ਇਤਿਹਾਸਕ ਸਥਾਨ ਜਿਹੜੇ ਗੁਰੂ ਸਾਹਿਬਾਂ ਨੇ ਵਸਾਏ ਸੀ ਜਾਂ ਹੋਰ ਜਦੋਂ ਵੀ ਲੜਾਈਆਂ ਹੋਈਆਂ ਨੇ ਤੇ ਉਹਨਾਂ ਨੂੰ ਬਚਾਉਣ ਦੇ ਲਈ ਸਿੱਖਾਂ ਨੇ ਏਦਾਂ ਜਾਨਾਂ ਵਾਰੀਆਂ ਹੋਣ, ਜਾਂ ਗੁਰੂ ਸਾਹਿਬ ਨੇ ਕਿਹਾ ਹੈ ਕਿ ਹਾਂਜੀ ਤੇ ਹੁਣ ਅਸੀਂ ਇਹ ਜਗ੍ਹਾ ਛੱਡਣੀ ਨਹੀਂ, ਭਾਵੇਂ ਆਨੰਦਪੁਰ ਹੈ ਤੇ ਭਾਵੇਂ ਅੰਮ੍ਰਿਤਸਰ ਹੈ ਤੇ ਸਾਨੂੰ ਅਸੀਂ ਆਪਣੀਆਂ ਜਾਨਾਂ ਵਾਰ ਦੇਣੀਆਂ ਨੇ? ਆਪਾਂ ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਉਦੋਂ ਸਾਨੂੰ ਸਪਸ਼ਟ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਕਿਸੇ ਵੀ ਧਰਮ ਸਥਾਨ ਨਾਲ ਕੋਈ ਇੰਨਾ ਪਿਆਰ ਨਹੀਂ ਵਿਖਾਇਆ। ਉਹਨਾਂ ਨੇ ਮਨੁੱਖ ਦੀ ਜਾਨ, ਇਨਸਾਨ ਦੀ ਜਾਨ ਜ਼ਿਆਦਾ ਕੀਮਤੀ ਜਾਣੀ ਹੈ। ਧਰਮ ਸਥਾਨ ਤਾਂ ਜੇ ਲੋੜ ਪਵੇ ਬਾਅਦ ਦੇ ਵਿੱਚ ਉਸਾਰੇ ਜਾ ਸਕਦੇ ਨੇ ਤੇ ਉਹਨਾਂ ਨੇ ਜੇ ਛੱਡਣਾ ਪਿਆ ਜਿੱਥੇ ਕਿ ਖਤਰਾ ਮਹਿਸੂਸ ਹੁੰਦਾ ਹੈ ਉਹ ਥਾਂ ਛੱਡ ਦਿੱਤੀ। ਆਪਾਂ ਨਨਕਾਣਾ ਸਾਹਿਬ ਤੋਂ ਸ਼ੁਰੂ ਕਰ ਲਈਏ ਜਾਂ ਕਰਤਾਰਪੁਰ ਤੋਂ ਸ਼ੁਰੂ ਕਰ ਲਈਏ ਤੇ ਅੱਗੇ ਤੋਂ ਅੱਗੇ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਇੱਥੋਂ ਤੱਕ 6ਵੇਂ ਪਾਤਸ਼ਾਹ ਅੰਮ੍ਰਿਤਸਰ ਵੀ ਛੱਡ ਗਏ ਤੇ ਫਿਰ ਕੀਰਤਪੁਰ ਵੀ ਛੱਡ ਦਿੱਤਾ, ਆਨੰਦਪੁਰ ਵੀ ਛੱਡ ਦਿੱਤਾ ਤੇ ਇਸ ਤਰ੍ਹਾਂ ਦੇ ਥਾਂ ਬਦਲ ਲੈਣੇ, ਛੱਡ ਦੇਣੇ, ਜੰਗ ਯੁੱਧ ਦੇ ਪੈਂਤੜੇ ਬਦਲ ਲੈਣੇ। ਇਹ ਇੱਕ ਵਾਜਬ ਗੱਲ ਹੈ, ਜਾਇਜ਼ ਗੱਲ ਹੈ ਕਿ ਕਿਹੜੇ ਥਾਂ ਤੇ ਕਦੋਂ ਕਿਸ ਤਰ੍ਹਾਂ ਦੀ ਨੀਤੀ ਅਪਣਾਉਣੀ ਹੈ। ਇਹ ਜੰਗ ਯੁੱਧ ਲੜਨ ਵਾਲੇ ਮੋਹਰੀ ਬੰਦੇ ਨੂੰ ਪਤਾ ਹੋਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਨੇ ਤਾਂ ਚਮਕੌਰ ਦੀ ਗੜੀ ਵੀ ਛੱਡ ਦਿੱਤੀ ਤੇ ਭਾਵੇਂ ਉੱਥੇ ਬਹੁਤ ਸਾਰੇ ਸਿੱਖ ਲੇਖੇ ਲਾਗੇ ਤਾਂ ਗੁਰੂ ਸਾਹਿਬ ਨੂੰ ਅਤੇ ਸਿੱਖਾਂ ਨੂੰ ਇਹ ਅਹਿਸਾਸ ਸੀ ਕਿ ਗੁਰੂ ਸਾਹਿਬ ਜੇ ਜੀਵਤ ਇੱਥੋਂ ਨਿਕਲ ਜਾਂਦੇ ਨੇ ਉਹ ਦੁਬਾਰਾ ਫੇਰ ਆਪਣੀ ਵੱਡੀ ਜਥੇਬੰਦੀ ਖੜੀ ਕਰ ਸਕਦੇ ਨੇ। ਜੇ ਇੱਥੇ ਗੁਰੂ ਸਾਹਿਬ ਵੀ ਲੇਖੇ ਲਾਗੇ ਤਾਂ ਦੁਬਾਰਾ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਯੋਧਾ ਇਹ ਸਾਨੂੰ ਫਿਰ ਨਹੀਂ ਸੀ ਮਿਲਣਾ, ਦੁਬਾਰਾ ਜਥੇਬੰਦੀ ਖੜੀ ਨਹੀਂ ਹੋ ਸਕਣੀ ਸੀ। ਇਸ ਕਰਕੇ ਥਾਵਾਂ ਪਿੱਛੇ ਜੰਗ ਨਹੀਂ ਲੜੇ ਗਏ ਬਲਕਿ ਆਪਣੀ ਆਜ਼ਾਦੀ ਵਾਸਤੇ ਲੜੇ ਗਏ ਨੇ ਤੇ ਉਹ ਆਜ਼ਾਦੀ ਘੱਟ ਤੋਂ ਘੱਟ ਨੁਕਸਾਨ ਕਰਾ ਕੇ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ। ਸਭ ਤੋਂ ਸਿਆਣਾ ਜਰਨੈਲ ਉਹੀ ਹੁੰਦਾ ਹੈ ਜਿਹੜਾ ਆਪਣੇ ਲੋਕਾਂ ਦਾ ਘੱਟ ਨੁਕਸਾਨ ਕਰਾ ਕੇ ਵੱਧ ਤੋਂ ਵੱਧ ਫਾਇਦਾ ਲੈ ਸਕੇ। ਇਹ ਗੋਰਿਆਂ ਨੇ ਆਪਣੇ ਇਸ ਦੇਸ਼ ਦੇ ਵਿੱਚ ਆ ਕੇ ਆਪਣੇ ਲੋਕਾਂ ਦਾ ਜਾਣੀ ਕਿ ਗੋਰਿਆਂ ਦਾ ਘੱਟ ਨੁਕਸਾਨ ਕਰਾਇਆ ਤੇ ਇੱਥੇ ਲੰਮੇ ਸਮੇਂ ਤੱਕ ਰਾਜ ਕਰਦੇ ਰਹੇ। ਅਸੀਂ ਮਰਨ ਮਾਰਨ ਨੂੰ ਪਹਿਲ ਦੇ ਦਿੱਤੀ ਤੇ ਆਪਣੇ ਲੋਕਾਂ ਨੂੰ ਬਚਾਉਣ ਦੀ ਜਿਹੜੀ ਨੀਤੀ ਹੈ ਉਹਨੂੰ ਪਿੱਛੇ ਕਰ ਦਿੱਤਾ। ਇਹਦੇ ਉੱਤੇ ਦੁਬਾਰਾ ਵਿਚਾਰ ਕਰਨ ਦੀ ਗੰਭੀਰਤਾ ਨਾਲ ਲੋੜ ਹੈ। ਤੇ ਇੱਕ ਮੈਂ ਉੱਥੇ ਹੋਰ ਗੱਲ ਤੁਹਾਡੇ ਤੋਂ ਪੁੱਛਾਂਗੀ ਕਿਉਂਕਿ ਸਿੱਖਾਂ ਨੇ ਨਾ ਉਸ ਵੇਲੇ ਜਦੋਂ ਇਹ ਨਨਕਾਣਾ ਸਾਹਿਬ ਦਾ ਜਿਹੜਾ ਸਾਕਾ ਵਾਪਰਿਆ ਉਹਨਾਂ ਟਾਈਮਾਂ ਦੇ ਵਿੱਚ ਹੀ ਤੇ ਕਈ ਹੋਰ ਮੋਰਚੇ ਵੀ ਲਗਾਏ, ਜਿਵੇਂ ਗੁਰੂ ਕਾ ਬਾਗ ਦਾ ਮੋਰਚਾ ਹੈ ਤੇ ਇੱਕ ਗੰਗਸਰ ਜੈਤੋ ਦਾ ਮੋਰਚਾ ਹੈ। ਉਹਨਾਂ ਬਾਰੇ ਵੀ ਥੋੜਾ ਜਿਹਾ ਦੱਸੋ ਕਿ ਉਹਨਾਂ ਦੇ ਪਿੱਛੇ ਕੀ ਘਟਨਾ ਚੱਕਰ ਸੀਗਾ, ਕਿਉਂਕਿ ਜਾਨਾਂ ਉੱਥੇ ਵੀ ਸ਼ਾਇਦ ਗਵਾਈਆਂ ਗਈਆਂ ਨੇ ਜਾਂ ਸਾਨੂੰ ਕੁੱਟਾ ਮਾਰਾ ਤਾਂ ਉੱਥੇ ਵੀ ਸਾਡੇ ਬਜ਼ੁਰਗਾਂ ਨੇ ਬੜੀਆਂ ਸਹੀਆਂ ਨੇ, ਬਹੁਤ ਕੁਝ ਵਾਪਰਿਆ ਤੇ ਉਹਨਾਂ ਨੂੰ ਵੀ ਮੈਂ ਇਤਿਹਾਸ ਦੇ ਵਿੱਚ ਕਾਫੀ ਪੜ੍ਹਿਆ। ਪਰ ਉਹ ਇੱਕ ਜਿੱਦਾਂ ਲਕੀਰ ਦਾ ਫਕੀਰ ਜਿਵੇਂ ਆਪਾਂ ਕਹਿ ਸਕਦੇ ਹਾਂ, ਮੈਂ ਉਸ ਤਰੀਕੇ ਨਾਲ ਪੜ੍ਹਿਆ। ਮੈਂ ਤੁਹਾਨੂੰ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ, ਕਿਉਂਕਿ
ਬਹੁਤ ਵਿਸ਼ਾਲ ਲੈਵਲ ਤੇ ਇਤਿਹਾਸ ਪੜਿਆ, ਦੁਨੀਆ ਦਾ ਇਤਿਹਾਸ ਪੜਿਆ। 50 ਸਾਲ ਹੋ ਗਏ ਤੁਹਾਨੂੰ ਇਸ ਪਾਸੇ ਲੱਗਿਆਂ ਨੂੰ, ਤੇ ਤੁਹਾਡੀ ਮਿਹਨਤ ਨੂੰ ਅਸੀਂ ਸਲਾਮ ਕਰਦੇ ਹਾਂ। ਪਰ ਮੈਨੂੰ ਜ਼ਰੂਰ ਦੱਸੋ ਜੀ, ਤਾਂ ਜੋ ਮੇਰੇ ਜ਼ਰੀਏ ਸਾਡੇ ਹੋਰ ਵੀਰ ਭੈਣਾਂ ਵੀ ਕੁਝ ਨਵਾਂ ਸੁਣਨ ਤੇ ਸਿੱਖ ਸਕਣ। ਦਰਬਾਰ ਸਾਹਿਬ ਦੇ ਲੰਗਰ ਵਾਸਤੇ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਹੈ 20-22 ਕਿਲੋਮੀਟਰ, ਘੁੱਕੇ ਵਾਲੀ। ਉੱਥੇ ਬਹੁਤ ਵੱਡਾ ਇੱਕ ਜੰਗਲ ਸੀ, ਉਹਨੂੰ ਬਾਗ ਕਹਿ ਦਿੰਦੇ ਨੇ, ਕਿਉਂਕਿ ਅੱਗੇ ਜ਼ਮੀਨਾਂ ਵਿਹਲੀਆਂ ਸੀ, ਝਾੜ ਫੂਸ ਰੁੱਖ ਆਪਣੇ ਆਪ ਬਹੁਤ ਸਾਰੇ ਪੈਦਾ ਹੋ ਜਾਂਦੇ ਸੀ। ਉਹ ਕਿਸੇ ਦੀ ਉਹਦੇ ਤੇ ਕਬਜ਼ਾ ਨਹੀਂ ਸੀ। ਉੱਥੋਂ ਸਿੱਖ ਲੱਕੜਾਂ ਵੱਢ ਕੇ ਲਿਆਉਂਦੇ ਸੀ ਲੰਗਰ ਵਾਸਤੇ। ਤੇ ਸਮਾਂ ਬੀਤਣ ਦੇ ਨਾਲ ਉੱਥੇ ਦਾ ਜਿਹੜਾ ਮਹੰਤ ਸੀ, ਉਹਨੇ ਲੱਕੜਾਂ ਵੱਢਣ ਤੇ ਸਿੱਖਾਂ ਨੂੰ ਰੋਕ ਦਿੱਤਾ। ਤੇ ਜਦੋਂ ਸਿੱਖ ਲੱਕੜਾਂ ਜਬਰੀ ਵੱਢਣ ਲੱਗੇ, ਕੁਝ ਦਿਨਾਂ ਤੋਂ ਬਾਅਦ ਉਹਨੇ ਪੁਲਿਸ ਮੰਗਵਾ ਲਈ ਤੇ 5 ਸਿੱਖਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਉਹਨਾਂ ਨੂੰ ਕੈਦ ਕਰਵਾ ਦਿੱਤੀ। ਤੇ ਇਹਦੇ ਨਾਲ ਸਿੱਖਾਂ ਦੇ ਅੰਦਰ ਗੁੱਸਾ ਪੈਦਾ ਹੋਇਆ ਤੇ ਰੋਜ਼ਾਨਾ ਵੱਡੇ ਜਥੇ ਜਾਣ ਲੱਗ ਪਏ ਲੱਕੜਾਂ ਵੱਢਣ ਵਾਸਤੇ। ਅੰਤ ਨੂੰ ਨਤੀਜਾ ਇਹ ਨਿਕਲਿਆ ਕਿ ਉੱਥੇ ਉਹ ਜਿਹੜੀ ਜ਼ਮੀਨ ਸੀ, ਉਹਨੂੰ ਗੋਰਿਆਂ ਨੇ ਉਹਦੇ ਕੋਲੋਂ ਲੈ ਕੇ ਆਪਣੇ ਕਿਸੇ ਹੋਰ ਠੇਕੇਦਾਰ ਨੂੰ ਦੇ ਦਿੱਤਾ ਤੇ ਉਹਨੇ ਵੱਡੇ ਪੈਮਾਨੇ ਤੇ ਪੁਲਿਸ ਦੀ ਸਹਾਇਤਾ ਲੈ ਕੇ ਸਿੱਖਾਂ ਦੇ ਉੱਤੇ ਜ਼ਬਰ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਲੱਕੜਾਂ ਵੱਢਣ ਤੋਂ ਰੋਕ ਦਿੱਤਾ ਗਿਆ ਕਿ ਮੈਂ ਇਹਦੇ ਤੋਂ ਮੁਨਾਫਾ ਕਮਾਉਣਾ, ਤੁਸੀਂ ਮੁਫਤ ਦੇ ਵਿੱਚ ਲੱਕੜਾਂ ਨਹੀਂ ਵੱਢ ਸਕਦੇ। ਇਸ ਘਟਨਾ ਦਾ ਜਿਹੜਾ 17 ਨਵੰਬਰ 1922 ਦੀ ਗੱਲ ਹੈ, ਇਸ 1922 ਤੱਕ ਇਸ ਮੋਰਚੇ ਦੇ ਦੌਰਾਨ 5605 ਸਿੱਖਾਂ ਨੂੰ ਕੈਦ ਹੋਈ, 5605 ਸਿੱਖਾਂ ਨੂੰ ਕੈਦ ਹੋਈ। 1650 ਨੂੰ ਜ਼ਖਮੀ ਕੀਤਾ ਗਿਆ ਲੱਕੜਾਂ ਦੇ ਕਾਰਨ। ਹੋਰ ਬੇਅੰਤ ਸਿੱਖ ਨੇ ਜਿਹੜੇ ਉਹ ਆਪਣਾ ਘਰ ਘਾਟ ਉਜਾੜ ਬੈਠੇ, ਮੁਕੱਦਮਿਆਂ ਤੇ ਪੈਸੇ ਖਰਚ ਦਿੱਤੇ, ਜੁਰਮਾਨੇ ਹੋ ਗਏ। ਤੇ ਅਖੀਰ ਚ ਜਦੋਂ ਇਹ ਲਗਾਤਾਰ ਮਰਨ ਤੇ ਉਤਰਦੇ ਰਹੇ ਤੇ ਇੱਕ ਸਰ ਗੰਗਾ ਰਾਮ ਸੀ, ਉਹਨੂੰ ਬੁਲਾਇਆ ਅੰਗਰੇਜ਼ਾਂ ਨੇ। ਉਹਨੂੰ ਕਿਹਾ ਕਿ ਤੂੰ ਇਹ ਜ਼ਮੀਨ ਇਹਨਾਂ ਤੋਂ ਲੈ ਲੈ, ਪਹਿਲਾਂ ਵਾਲੇ ਮਹੰਤ ਤੋਂ, ਤੇ ਤੂੰ ਸਿੱਖਾਂ ਨੂੰ ਇਹ ਬਾਅਦ ਦੇ ਵਿੱਚ ਲੱਕੜਾਂ ਵੱਢਣ ਦੀ ਇਜਾਜ਼ਤ ਦੇ ਦੇਈਂ ਤੇ ਅਸੀਂ ਫਿਰ ਤੇਰੇ ਤੋਂ ਟੈਕਸ ਵਗੈਰਾ ਕੋਈ ਨਹੀਂ ਲਵਾਂਗੇ, ਉਹਦਾ ਲੱਕੜਾਂ ਦੀ ਕੀਮਤ ਠੇਕੇਦਾਰੀ ਨਹੀਂ ਲਵਾਂਗੇ। ਉਹਨੇ ਸਰ ਗੰਗਾ ਰਾਮ ਨੇ ਉਹ ਜ਼ਮੀਨ ਦੁਬਾਰਾ ਆਪਣੇ ਨਾਮ ਕਰਵਾ ਲਈ, ਫਿਰ ਉਹ ਸਿੱਖਾਂ ਦੇ ਹਵਾਲੇ ਕਰਤੀ, ਫਿਰ ਉਹ ਲੱਕੜਾਂ ਵੱਢਣ ਦੀ ਇਜਾਜ਼ਤ ਦੇ ਦਿੱਤੀ ਤੇ ਉਹ ਲੱਕੜਾਂ ਲੈ ਕੇ, ਲੱਕੜਾਂ ਵੱਢਣ ਦੀ ਇਜਾਜ਼ਤ ਲੈ ਕੇ ਸਿੱਖ ਬਾਗੋ ਬਾਗ ਹੋ ਗਏ। ਮੋਰਚਾ ਜਿੱਤ ਲਿਆ, ਮੋਰਚਾ ਜਿੱਤ ਲਿਆ। 10,000 ਸਿੱਖਾਂ ਦਾ ਏਡਾ ਵੱਡਾ ਨੁਕਸਾਨ ਕਰਾਇਆ ਮੁਫਤ ਦੇ ਵਿੱਚ ਲੱਕੜਾਂ ਵੱਢਣ ਦੇ ਕਾਰਨ। ਮੈਨੂੰ ਕਹਿਣਾ ਪੈਂਦਾ, ਆਖੋ ਜੀ ਸਤਨਾਮ। ਇਹ ਕੁਛ ਸਾਡੇ ਸਿੱਖ ਭਾਈ ਕਰਦੇ ਰਹੇ ਨੇ। ਉਹਨਾਂ ਦੀਆਂ ਫੋਟੋਆਂ ਵਗੈਰਾ ਅਖਬਾਰਾਂ 'ਚ ਛਪਦੀਆਂ ਰਹੀਆਂ ਨੇ ਕਿ ਕਿਵੇਂ ਆਮ ਸਿੱਧੇ ਸਾਦੇ ਕੱਛੇ ਪਾਏ ਨੇ, ਲੰਮੇ ਜਿਹੇ ਝੁੱਗੇ ਪਾਏ ਨੇ ਵਿਚਾਰਿਆਂ ਨੇ ਤੇ ਸਿਰ ਤੇ ਪਰਨੇ ਬੰਨੇ ਨੇ। ਉਹ ਅਜਾਇਬ ਘਰਾਂ 'ਚ ਫੋਟੋਆਂ ਵੇਖੀਆਂ ਜਾ ਸਕਦੀਆਂ ਨੇ। ਸਿੱਧੇ ਸਾਦੇ ਲੋਕਾਂ ਨੂੰ ਲੱਕੜਾਂ ਪਿੱਛੇ ਉੱਥੇ ਮਰਵਾਇਆ, ਕੈਦਾਂ ਕਰਵਾਈਆਂ ਨੇ, ਜੁਰਮਾਨੇ ਕਰਾਏ ਨੇ ਤੇ ਜ਼ਖਮੀ ਕਰਵਾਇਆ। ਇਹ ਸਾਡੇ ਲੀਡਰਾਂ ਦੀਆਂ ਕਰਤੂਤਾਂ ਸੀ ਕਿ ਲੱਕੜਾਂ ਪਿੱਛੇ ਵੀ ਅਸੀਂ ਤਾਂ ਜਾਨਾਂ ਮਾਰ ਦਿਆਂਗੇ। ਵਾਹਿਗੁਰੂ ਵਾਹਿਗੁਰੂ। ਮੇਰਾ ਖਿਆਲ ਨਹੀਂ ਬਹੁਤਿਆਂ ਨੇ ਇਸ ਹਕੀਕਤ ਨੂੰ ਇਸ ਤਰੀਕੇ ਨਾਲ ਜਾਣਿਆ ਹੋਵੇ ਜੀ। ਇਹਨੂੰ ਕਹਿੰਦੇ ਨੇ ਗੁਰੂ ਕਾ ਬਾਗ ਜਿਹੜਾ ਮੋਰਚਾ। ਤੇ ਇਹਦੇ ਤੋਂ ਬਾਅਦ ਇੱਕ ਹੋਰ ਜਿਹੜਾ ਮੇਰਾ ਖਿਆਲ ਹੈ ਗੰਗਸਰ ਜੈਤੋ ਦਾ ਮੋਰਚਾ ਹੈ, ਉਹਦੀ ਵੀ ਕਹਾਣੀ ਜ਼ਰੂਰ ਦੱਸੋ। ਮੈਂ ਹੈਰਾਨ ਹੋਈ ਜਦੋਂ ਆਪਾਂ ਪਹਿਲਾਂ ਡਿਸਕਸ ਕੀਤਾ ਸੀ, ਬਹੁਤ ਸਾਲ ਪਹਿਲਾਂ ਤੁਸੀਂ ਮੈਨੂੰ ਦੱਸਿਆ ਸੀ, ਤੇ ਉਹਦੇ ਬਾਰੇ ਵੀ ਜ਼ਰੂਰ ਚਾਨਣਾ ਪਾਓ ਕਿ ਉਹਦੀ ਹਕੀਕਤ ਕੀ ਸੀ। ਨਾਭੇ ਵਾਲਾ ਰਾਜਾ ਰਿਪਦੁਮਨ ਸਿੰਘ, ਇਹ ਕਈ ਸਾਰੇ ਜਿਹੜੇ ਸਿੱਖ ਜਥੇ ਸੀ ਤੇ ਆਜ਼ਾਦੀ ਵਾਸਤੇ ਆਪਣੇ ਮੋਰਚੇ ਲਾਉਂਦੇ ਸੀ, ਉਹਨਾਂ ਨਾਲ ਸਹਿਮਤ ਸੀ ਕਈਆਂ ਗੱਲਾਂ ਤੇ। ਤੇ ਇੱਕ ਵਾਰੀ ਅਕਾਲੀ ਦਲ ਨੇ ਐਲਾਨ ਕਰ ਦਿੱਤਾ ਕਿ ਸਾਰੇ ਸਿੱਖ ਕਾਲੀਆਂ ਪੱਗਾਂ ਬੰਨਣ, ਜਾਣੀ ਕਿ ਅਫਸੋਸ ਪ੍ਰਗਟ ਕਰਨ ਗੋਰਿਆਂ ਦੇ ਵਿਰੁੱਧ। ਤੇ ਇਹਨੇ ਰਿਪਦੁਮਨ ਸਿੰਘ ਨੇ ਵੀ ਕਾਲੀ ਪੱਗ ਬੰਨ ਲਈ ਤੇ ਕੁਝ ਬਿਆਨ ਵੀ ਇਹੋ ਜਿਹੇ ਦਿੱਤੇ ਕਿ ਅੰਗਰੇਜ਼ ਸਾਡੇ ਦੇਸ਼ ਚੋਂ ਚਲੇ ਜਾਣ। ਤੇ ਉਹ ਅੰਗਰੇਜ਼ਾਂ ਦੇ ਤਾਂ ਅਧੀਨ ਇਹ ਕੰਮ ਕਰ ਰਹੇ ਸੀ ਰਾਜੇ ਸਾਰੇ। ਅੰਗਰੇਜ਼ਾਂ ਨੇ ਰਿਪਦੁਮਨ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਤੇ ਜਦੋਂ ਗੱਦੀ ਤੋਂ ਉਤਾਰ ਦਿੱਤਾ ਤੇ ਸਿੱਖਾਂ ਨੇ ਮੋਰਚੇ ਲਾ ਦਿੱਤੇ ਕਿ ਇਹਨੂੰ ਦੁਬਾਰਾ ਗੱਦੀ ਤੇ ਰਿਪਦੁਮਨ ਸਿੰਘ ਨੂੰ ਬਿਠਾਇਆ ਜਾਵੇ। ਕੁਝ ਸਮਾਂ, ਇਹ 1922 ਦੀਆਂ ਗੱਲਾਂ ਨੇ ਸਾਰੀਆਂ, ਉਹਨਾਂ ਦਿਨਾਂ 'ਚ ਬਹੁਤੇ ਮੋਰਚੇ ਲੱਗੇ ਨੇ। ਤੇ ਜਦੋਂ ਰਿਪਦੁਮਨ ਸਿੰਘ ਨੂੰ ਦੁਬਾਰਾ ਗੱਦੀ ਤੇ ਬਿਠਾਉਣ ਦਾ ਅੰਗਰੇਜ਼ਾਂ ਨੇ ਫੈਸਲਾ ਨਾ ਲਿਆ ਤਾਂ ਇਹਨਾਂ ਨੇ ਫਿਰ ਮੋਰਚਾ ਗੰਗਸਰ ਜੈਤੋ, ਜਿਹਨੂੰ ਅੱਜ ਕੱਲ੍ਹ ਕਹਿੰਦੇ ਆ, ਜੈਤੋ ਦੇ ਵਿੱਚ ਇੱਕ ਗੁਰਦੁਆਰਾ ਸੀ, ਉੱਥੇ ਅਖੰਡ ਪਾਠ ਰੱਖਣ ਦਾ ਐਲਾਨ ਕਰ ਦਿੱਤਾ ਕਿ ਜਿੱਦਣ ਭੋਗ ਪਵੇਗਾ ਉਦਣ ਬਹੁਤ ਵੱਡਾ ਇਕੱਠ ਹੋਵੇਗਾ, ਰਿਪਦੁਮਨ ਸਿੰਘ ਦੇ ਹੱਕ ਦੇ ਵਿੱਚ ਇੱਥੇ ਫੈਸਲੇ ਲਏ ਜਾਣਗੇ। ਜਦੋਂ ਉਹ ਜੈਤੋ ਦੇ ਵਿੱਚ ਇਹਨਾਂ ਨੇ ਅਖੰਡ ਪਾਠ ਰੱਖ ਦਿੱਤਾ ਤੇ ਗੋਰਿਆਂ ਨੇ ਸਿੱਖ ਪੁਲਿਸ ਮੁਲਾਜ਼ਮ ਭੇਜ ਕੇ ਅਖੰਡ ਪਾਠ ਉਥੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚਕਵਾ ਕੇ ਕਿਤੇ ਕਮਰੇ 'ਚ ਰਖਵਾ ਦਿੱਤੀ
ਤੇ ਜਿਹਨੂੰ ਕਹਿੰਦੇ ਨੇ ਇਹ ਅਖੰਡ ਪਾਠ ਭੰਗ ਹੋ ਗਿਆ। ਤੇ ਉਸ ਤੋਂ ਬਾਅਦ ਸਿੱਖਾਂ ਨੇ ਫਿਰ ਮੋਰਚਾ ਹੋਰ ਵੱਡਾ ਲਾ ਦਿੱਤਾ। ਫਿਰ ਤਾਂ ਪਹਿਲਾਂ 5-5 ਬੰਦਿਆਂ ਦਾ ਜਥਾ ਜਾਂਦਾ ਸੀ, ਤੇ ਫਿਰ 10-10 ਦਾ, 20-20 ਦਾ, 100-100 ਦਾ, 5-500 ਸਿੱਖਾਂ ਦੇ ਜਥੇ ਵੀ ਅਖੰਡ ਪਾਠ ਨਿਰਵਿਘਨ ਚਾਲੂ ਕਰਨ ਵਾਸਤੇ ਪਹੁੰਚਣੇ ਸ਼ੁਰੂ ਹੋ ਗਏ। ਤੇ ਉਹਨਾਂ ਜ਼ਮਾਨਿਆਂ 'ਚ ਗੋਰਿਆਂ ਨੇ ਉਹਨਾਂ ਨੂੰ ਚੁੱਕ ਚੁੱਕ ਕੇ ਜੰਗਲਾਂ 'ਚ ਸੁੱਟ ਆਉਣਾ, ਰਾਜਸਥਾਨ ਤੱਕ, ਕਿਸੇ ਨੂੰ ਜੇਲ੍ਹਾਂ 'ਚ ਭੇਜ ਦੇਣਾ, ਕਿਸੇ ਤੇ ਡਾਂਗਾਂ ਭਰਾਉਣੀਆਂ। ਇਸ ਤਰ੍ਹਾਂ ਮਾਰਾਂ ਕੁੱਟਾਂ ਖਾਧੀਆਂ, ਜੇਲ੍ਹਾਂ 'ਚ ਗਏ, ਜੰਗਲਾਂ 'ਚ ਰੁਲਦੇ ਫਿਰਦੇ ਰਹੇ, ਤੇ ਲੰਮੇ ਸਮੇਂ ਤੱਕ ਇਹ ਜੰਗ ਲੱਗੀ ਰਹੀ। ਤੇ ਬਹੁਤ ਸਾਰੇ ਸਿੱਖ ਇੱਥੇ, ਕੋਈ 100 ਕਹਿੰਦਾ, ਕੋਈ ਵੱਧ ਘੱਟ ਕਹਿੰਦਾ, ਲੇਖੇ ਵੀ ਲੱਗ ਗਏ, ਪਰ ਉਹ ਮੋਰਚਾ ਚੱਲਦਾ ਰਿਹਾ। ਅਖੀਰ 'ਚ ਇੱਥੇ ਮਦਨ ਮੋਹਨ ਮਾਲਵੀਆ ਅਤੇ ਜਿਹੜੇ ਅੰਗਰੇਜ਼ਾਂ ਦੇ ਪਾਦਰੀ ਸੀ ਉਹ ਵੀ ਆਏ, ਹੋਰ ਵੱਡੇ ਵੱਡੇ ਲੀਡਰ ਆਏ, ਕਹਿੰਦੇ ਨੇ ਗਾਂਧੀ ਵੀ ਆਇਆ। ਉਹਨਾਂ ਨੇ ਫਿਰ ਆ ਕੇ ਦੇਖਿਆ ਕਿ ਸਿੱਖ ਕਿਵੇਂ ਸ਼ਾਂਤਮਈ ਤਰੀਕੇ ਨਾਲ ਮਾਰਾਂ ਖਾ ਰਹੇ ਨੇ। ਤੇ ਫਿਰ ਅੰਗਰੇਜ਼ ਡਿਪਟੀ ਕਮਿਸ਼ਨਰ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਹੁਣ ਨਾ ਮਾਰੋ, ਬਹੁਤ ਮਾਰ ਪੈ ਗਈ ਹੈ। ਤੇ ਇਸ ਤਰ੍ਹਾਂ ਉਹ ਮੋਰਚਾ ਮਾਰਨੋਂ ਇਹਨਾਂ ਨੂੰ ਬੰਦ ਕਰ ਦਿੱਤਾ। ਤੇ ਮੋਰਚਾ ਸਿੱਖਾਂ ਨੇ ਕਹਿ ਦਿੱਤਾ ਕਿ ਅਸੀਂ ਅੱਗੇ ਤੋਂ ਇੱਥੇ ਮੋਰਚਾ ਲਾ ਕੇ ਅਖੰਡ ਪਾਠ ਜ਼ਰੂਰ ਕਰਨਾ ਹੈ। ਤੇ ਅੰਗਰੇਜ਼ਾਂ ਨੇ ਇਜਾਜ਼ਤ ਦੇ ਦਿੱਤੀ। ਫਿਰ 1923 ਦੇ ਵਿੱਚ, 24 ਦੇ ਵਿੱਚ ਇਹਨਾਂ ਨੇ ਜਦੋਂ ਉੱਥੇ ਕਬਜ਼ਾ ਕਰ ਲਿਆ, ਅਖੰਡ ਪਾਠ ਸ਼ੁਰੂ ਕੀਤਾ। ਫਿਰ ਇੱਕ ਅਖੰਡ ਪਾਠ ਨਹੀਂ, ਉਦੋਂ 101 ਅਖੰਡ ਪਾਠ ਕੀਤੇ ਗਏ। ਤੇ 101 ਅਖੰਡ ਪਾਠ ਕਰਕੇ ਜਕਾਰੇ ਲਾਉਂਦੇ ਵੱਡੇ ਕਾਫਲਿਆਂ ਦੇ ਰੂਪ ਵਿੱਚ ਇਹ ਸਿੱਖ ਸਾਰੇ ਅਕਾਲ ਤਖਤ ਤੇ ਆਏ। ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਪਰ ਅਖੰਡ ਪਾਠ ਤਾਂ ਪੂਰੇ ਕਰ ਲਏ, ਤੇ ਰਿਪੁਦਮਨ ਸਿੰਘ ਨੂੰ ਗੱਦੀ ਤੇ ਬਿਠਾਉਣ ਦਾ ਜਿਹੜਾ ਮਸਲਾ ਸੀ, ਜਿਹਦੇ ਕਾਰਨ ਮੋਰਚਾ ਲੱਗਿਆ ਸੀ, ਉਹ ਭੁੱਲ ਹੀ ਗਿਆ, ਮੁੜ ਕੇ ਕਦੀ ਯਾਦ ਹੀ ਨਹੀਂ ਆਇਆ। ਮਤਲਬ ਜਿਹੜੀ ਚੀਜ਼ ਦੇ ਪਿੱਛੇ ਇਹ ਲੜਾਈ ਸ਼ੁਰੂ ਹੋਈ ਸੀ, ਜੱਦੋ-ਜਹਿਦ ਸ਼ੁਰੂ ਹੋਈ ਸੀ, ਰੋਸ ਪ੍ਰਗਟ ਕੀਤਾ ਗਿਆ ਸੀ, ਉਹ ਸਾਰਾ ਕੁਝ ਭੁੱਲ ਭੁਲਾ ਕੇ ਤੇ ਮਤਲਬ ਅਖੰਡ ਪਾਠ ਜਿਹੜਾ ਖੰਡਿਤ ਹੋ ਗਿਆ, ਉਹਦੀ ਲੜਾਈ ਸ਼ੁਰੂ ਕਰ ਲਈ ਸਿੱਖਾਂ ਨੇ। ਬਿਲਕੁਲ, ਇੱਥੇ ਆ ਕੇ ਮੁੱਕ ਗਈ, ਅਖੰਡ ਪਾਠ ਕਰ ਲੈਣ ਦੋ। ਤੇ ਅਖੰਡ ਪਾਠ ਕਰ ਲਿਆ, ਤੇ ਰਿਪੁਦਮਨ ਸਿੰਘ ਗੱਦੀ ਤੋਂ ਉਤਾਰਿਆ, ਉਹਨਾਂ ਨੇ ਬਾਹਰ ਭੇਜ ਦਿੱਤਾ। ਉਹ ਮੁੜ ਕੇ ਗੱਦੀ ਤੇ ਨਹੀਂ ਬਿਠਾਇਆ ਗਿਆ, ਇਹ ਗੱਲ ਹੀ ਭੁੱਲ ਗਈ। ਤੇ ਫਿਰ ਕੀ ਸਮਝਿਆ ਜਾਏ ਕਿ ਸਿੱਖਾਂ ਦੇ ਲੀਡਰ ਲੋਲੇ ਸੀ, ਜਾਂ ਅਸੀਂ ਇੰਨੇ ਇਮੋਸ਼ਨਲ ਹੋ ਜਾਂਦੇ ਆ ਕਿ ਜਾਨਾਂ ਮਾਰਨ ਲਈ ਝੱਟ ਤਿਆਰ ਹੋ ਜਾਂਦੇ ਆ? ਸਾਨੂੰ ਸਿਖਾਇਆ ਪੜਾਇਆ ਇਹ ਗਿਆ, ਕਾਰਨ ਕੀ ਹੈ ਇਹਦੇ ਪਿੱਛੇ? ਇੱਥੇ ਇੱਕ ਹੋਰ ਦੇਖੋ, ਜਿਹੜਾ ਗੁਰੂ ਕਾ ਬਾਗ ਮੋਰਚੇ ਚੋਂ ਸਿੱਖ ਗ੍ਰਿਫਤਾਰ ਕੀਤੇ ਜਾਂਦੇ ਸੀ, ਉਹਨਾਂ ਨੂੰ ਉਧਰ ਦੂਰ ਦੀ ਕਿਸੇ ਜੇਲ੍ਹ ਦੇ ਵਿੱਚ ਰੇਲ ਗੱਡੀ ਰਾਹੀਂ ਭੇਜਿਆ ਜਾ ਰਿਹਾ ਸੀ। ਤੇ ਰਸਤੇ ਦੇ ਵਿੱਚ ਗੁਰਦੁਆਰਾ ਪੰਜਾ ਸਾਹਿਬ ਆਉਂਦਾ ਸੀ, ਤੇ ਪੰਜਾ ਸਾਹਿਬ ਗੁਰਦੁਆਰੇ ਦੇ ਨੇੜੇ ਤੇੜੇ ਰੇਲ ਦੇ ਅੱਗੇ ਸਿੱਖਾਂ ਨੇ ਪੈ ਕੇ ਰੇਲ ਰੋਕਣ ਦਾ ਯਤਨ ਕੀਤਾ ਕਿ ਉਹ ਸਿੱਖ ਭੁੱਖੇ ਨੇ ਤੇ ਪਿੱਛੋਂ ਰੇਲ ਆ ਰਹੀ ਹੈ, ਤੇ ਰੇਲ ਨੂੰ ਰੋਕ ਲਓ। ਤੇ ਜਿਹੜਾ ਉਥੋਂ ਦਾ ਸਟੇਸ਼ਨ ਮਾਸਟਰ ਸੀ, ਉਹ ਕਹਿਣ ਲੱਗਿਆ ਮੈਂ ਰੋਕਣੀ ਨਹੀਂ ਰੇਲ, ਮੈਨੂੰ ਹੁਕਮ ਨਹੀਂ ਹੈ। ਤੇ ਸਿੱਖਾਂ ਨੇ ਰੇਲ ਦੀ ਲਾਈਨ ਤੇ ਪੈ ਕੇ ਉਹਨਾਂ ਭੁੱਖਿਆਂ ਲੋਕਾਂ ਨੂੰ, ਸਿੱਖਾਂ ਨੂੰ ਰੋਟੀ ਖਵਾਉਣ ਦੀ ਇੱਛਾ ਦੇ ਨਾਲ ਲੰਮੇ ਪੈ ਕੇ ਕਈਆਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ, ਕਈ ਸਾਰੇ ਜ਼ਖਮੀ ਹੋ ਗਏ। ਉਹ ਤਾਂ ਭਲਾ ਹੋਵੇ ਰੇਲ ਦੇ ਡਰਾਈਵਰ ਦਾ, 2-4 ਬੰਦੇ ਮਰਨ ਤੋਂ ਬਾਅਦ ਉਹਨੇ ਰੇਲ ਰੋਕ ਦਿੱਤੀ। ਤੇ ਇਹਨੂੰ ਵੀ ਸਿੱਖਾਂ ਨੇ ਬਹੁਤ ਵੱਡੀ ਜਿੱਤ ਦੱਸਿਆ ਕਿ ਰੇਲ ਦੀ ਲਾਈਨ ਤੇ ਲੰਮੇ ਪੈ ਕੇ ਰੇਲ ਨੂੰ ਰੋਕਣਾ ਹੈ। ਮਕਸਦ ਕੀ ਹੈ ਕਿ ਅੰਦਰ ਬੈਠੇ ਭੁੱਖੇ ਸਿੱਖਾਂ ਨੂੰ ਖਾਣਾ ਖਵਾਉਣਾ, ਸਾਡੀ ਮੰਗ ਆ ਹੈ। ਕੀ ਕਹਾਂ, ਮੇਰੇ ਕੋਲ ਤਾਂ ਸ਼ਬਦ ਹੀ ਹੈ ਨਹੀਂ ਬਾਪੂ ਜੀ, ਇਹਨਾਂ ਘਟਨਾਵਾਂ ਬਾਰੇ ਬੋਲਿਆ ਕੀ ਜਾਵੇ। ਤੇ ਥੋੜਾ ਜਿਹਾ ਹੋਰ ਇਹ ਗੱਲ ਆਪਾਂ ਅੱਗੇ ਵਧਾਈਏ ਕਿ ਇੱਕ ਪਾਸੇ ਤਾਂ ਜਿਹੜੇ ਸਿੱਖ ਸੀਗੇ ਨਾ, ਉਹ ਅੰਗਰੇਜ਼ਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਕੱਢਣ ਦੇ ਲਈ ਜੰਗ ਲੜ ਰਹੇ ਸੀ। ਅਸੀਂ ਬੜੇ ਮਾਣ ਨਾਲ ਕਹਿੰਦੇ ਆ ਕਿ ਅਸੀਂ ਸਭ ਤੋਂ ਵੱਧ ਜਾਨਾਂ ਵਾਰੀਆਂ, ਤੇ ਇਹ ਬ੍ਰਿਟਿਸ਼ ਜਿਹੜਾ ਰਾਜ ਹੈ ਉਹਨੂੰ ਖਤਮ ਕਰਨ ਦੇ ਲਈ। ਗਿਣਤੀ ਦੇ ਵਿੱਚ ਅਸੀਂ ਸਭ ਤੋਂ ਘੱਟ ਆ, ਪਰ ਜਾਨਾਂ ਸਭ ਤੋਂ ਵੱਧ ਵਾਰੀਆਂ। ਪਰ ਇਹਦੇ ਨਾਲ ਨਾਲ ਜਦੋਂ ਇੱਕ ਹੋਰ ਪੱਖ ਵੀ ਸਾਹਮਣੇ ਆਉਂਦਾ ਹੈ ਕਿ ਅਸੀਂ ਉਹਨਾਂ ਦੇ ਰਾਜ ਦੀ ਸਲਾਮਤੀ ਲਈ ਵੀ ਜਾਨਾਂ ਵਾਰੀਆਂ, ਫਿਰ ਸ਼ਹੀਦ ਕਿਹਨਾਂ ਨੂੰ ਮੰਨਿਆ ਜਾਏ? ਇੱਥੇ ਨਾਲ ਧਿਆਨ ਦੇਣ ਯੋਗ ਗੱਲ ਇਹ ਹੈ, ਮੈਂ ਬਕਾਇਦਾ ਤਰੀਕਾਂ ਨੋਟ ਕੀਤੀਆਂ ਨੇ। ਜਦੋਂ ਟੀਵੀ ਚੈਨਲਾਂ ਤੇ ਇਹ ਸਾਰਾ ਡਿਬੇਟ ਚੱਲ ਰਹੀ ਹੁੰਦੀ ਹੈ, ਟੀਵੀ ਚੈਨਲ ਵਾਲੇ ਇੱਕ ਪੂਰਾ ਵਿਸਥਾਰ ਨਾਲ ਤਰੀਕਾਂ ਸਮੇਤ ਸਾਰੀਆਂ ਘਟਨਾਵਾਂ ਬਿਆਨ ਕਰ ਰਹੇ ਹੁੰਦੇ ਨੇ, ਜਿਵੇਂ NDTV ਇੰਡੀਆ ਜਾਂ ਆਜ ਤੱਕ। ਹੁਣ ਤਾਂ ਇਹ ਗੁਲਾਮੀ ਦੇ ਵਿੱਚ ਜੋ ਰਹੇ ਨੇ, ਤੇ ਇਦੋਂ ਪਹਿਲਾਂ ਕਾਫੀ ਸਾਰਾ ਮੈਂ ਮੈਟਰ ਇਕੱਠਾ ਕੀਤਾ ਹੋਇਆ ਹੈ। ਤੇ ਉਹਦੇ ਵਿੱਚ ਤਰੀਕਾਂ ਦੇ ਕੇ ਇਹ ਲਿਖਿਆ ਹੋਇਆ ਹੈ ਕਿ ਸਿੱਖਾਂ ਨੇ ਅੰਗਰੇਜ਼ਾਂ ਦੀ ਹਕੂਮਤ ਨੂੰ ਸਲਾਮਤ ਰੱਖਣ ਵਾਸਤੇ ਉਹਨਾਂ ਦੀ ਨੌਕਰੀ ਕਰਦੇ ਹੋਏ ਉਹਨਾਂ ਵਾਸਤੇ 83,000 ਸਿੱਖਾਂ ਨੇ ਜਾਨਾਂ ਵਾਰ ਦਿੱਤੀਆਂ। 83,000 ਸਿੱਖ ਅੰਗਰੇਜ਼ਾਂ ਦੇ ਹੱਕ ਵਿੱਚ ਲੜਦੇ ਹੋਏ ਮਾਰੇ ਗਏ। ਤੇ ਇਹਨਾਂ ਨੂੰ ਸ਼ਹੀਦ ਗਿਣੀਏ ਆਪਾਂ,
ਤੇ ਜਾਂ ਫਿਰ ਜਿਹੜੇ ਆਪਣੀ ਆਜ਼ਾਦੀ ਵਾਸਤੇ ਜਾਂ ਗੁਰਦੁਆਰਿਆਂ ਦੀ ਆਜ਼ਾਦੀ ਵਾਸਤੇ ਲੜਦੇ ਸੀ ਜਾਂ ਉਹਨੂੰ ਸ਼ਹੀਦ ਮੰਨੀਏ। ਮੈਂ ਇੱਕ ਸਾਕਾ ਸਾਰਾਗੜ੍ਹੀ ਦਾ ਜਿਹੜਾ ਬਹੁਤ ਹਰ ਵਾਰੀ, ਇਹ 1897 ਦੀ ਘਟਨਾ ਹੈ, ਉਹਦੇ ਵਿੱਚ 21 ਸ਼ਹੀਦਾਂ ਨੇ, 21 ਸਿੱਖਾਂ ਨੇ ਜਾਨਾਂ ਵਾਰ ਦਿੱਤੀਆਂ। ਇਹਨੂੰ ਹਰ ਸਾਲ ਜਦੋਂ ਉਹ ਦਿਨ ਆਉਂਦਾ ਹੈ, ਦਸੰਬਰ ਦਾ ਮਹੀਨਾ, ਤੇ ਬਹੁਤ ਉਭਾਰਿਆ ਜਾਂਦਾ ਹੈ, ਅਖਬਾਰਾਂ 'ਚ ਲੇਖ ਛਪਦੇ ਨੇ। ਤੇ ਮੈਂ ਵੀ ਇੱਕ ਲੰਮਾ ਲੇਖ ਲਿਖ ਦਿੱਤਾ ਕਿ ਪਹਿਲਾਂ ਇਹ ਤਾਂ ਪਤਾ ਕਰ ਲਓ ਉਹ 21 ਸਿੱਖ ਲੜੇ ਕਿਹਦੇ ਵਾਸਤੇ ਸੀ। ਉਹ ਤਾਂ ਗੋਰਿਆਂ ਵਾਸਤੇ ਲੜੇ ਸੀ। ਤੁਸੀਂ ਭਾਰਤ ਦੇ ਮਹਾਨ ਸ਼ਹੀਦ ਉਹਨਾਂ ਨੂੰ ਦੱਸ ਰਹੇ ਆ। ਤਾਂ ਇਸ ਗੱਲ ਦੇ ਕਾਰਨ ਮੇਰੇ ਵਿਰੁੱਧ ਬਹੁਤ ਸਾਰੇ ਅਖਬਾਰਾਂ 'ਚ ਬਿਆਨ ਵੀ ਲੱਗੇ ਸੀ, ਕੁਝ ਬੰਦਿਆਂ ਨੇ ਮੇਰੇ ਵਿਰੁੱਧ ਲੇਖ ਵੀ ਲਿਖੇ ਸੀ। ਫਿਰ ਮੈਂ ਉਹਨਾਂ ਨੂੰ ਇਹੋ ਹੀ ਆਖਿਆ ਸੀ, ਕਹਿੰਦੇ ਜੀ ਉਹ ਤਾਂ ਸਰਕਾਰੀ ਡਿਊਟੀ ਕਰ ਰਹੇ ਸੀ, ਸਰਕਾਰੀ ਡਿਊਟੀ ਕਰਨੀ ਉਹ ਹੁੰਦੀ ਆ ਉਹਨਾਂ ਨੇ। ਮੈਂ ਕਿਹਾ ਫਿਰ ਤਾਂ ਸੁੱਚਾਨੰਦ ਵੀ ਸਰਕਾਰੀ ਡਿਊਟੀ ਕਰ ਰਿਹਾ ਸੀ, ਵਜ਼ੀਰ ਖਾਨ ਵੀ ਸਰਕਾਰੀ ਡਿਊਟੀ ਕਰ ਰਿਹਾ ਸੀ, ਇੱਥੇ KPS ਗਿੱਲ ਵੀ ਸਰਕਾਰੀ ਡਿਊਟੀ ਕਰ ਰਿਹਾ ਸੀ। ਤੁਸੀਂ ਕਿਹੜੀਆਂ ਸਰਕਾਰੀ ਡਿਊਟੀਆਂ ਦੀਆਂ ਗੱਲਾਂ ਕਰ ਰਹੇ ਹੋ? ਤੁਹਾਨੂੰ ਤਾਂ ਇਹ ਵੀ ਨਹੀਂ ਅੱਜ ਤੱਕ ਪਤਾ ਲੱਗਿਆ ਕਿ ਸਰਕਾਰੀ ਡਿਊਟੀ ਦਾ ਮਾਇਨਾ ਕੀ ਹੈ। ਆਪਣੇ ਲੋਕਾਂ ਨੂੰ ਕਤਲ ਕਰਨਾ ਸਰਕਾਰੀ ਡਿਊਟੀ ਨਹੀਂ ਹੁੰਦੀ, ਆਪਣੇ ਲੋਕਾਂ ਦੀ ਰਾਖੀ ਕਰਨਾ ਸਰਕਾਰੀ ਡਿਊਟੀ ਹੁੰਦੀ ਹੈ। ਤੇ ਗੁਰੂ ਸਾਹਿਬ ਵੀ ਫਿਰ ਜੇ ਇਸ ਤਰ੍ਹਾਂ ਕਰ ਲੈਂਦੇ, ਉਹ ਸਰਕਾਰ ਦੇ ਨੌਕਰ ਬਣ ਕੇ ਤੇ ਜੋ ਮਰਜ਼ੀ ਸਹੂਲਤਾਂ ਲੈ ਲੈਂਦੇ, ਆਪਣੇ ਲੋਕਾਂ ਨੂੰ ਕਤਲ ਕਰਵਾ ਦਿੰਦੇ, ਤੇ ਆ ਜਿਹੜੀ ਮਾੜੀ ਮੋਟੀ ਆਜ਼ਾਦੀ ਦੀ ਹਵਾ ਸਾਡੇ ਤੱਕ ਪਹੁੰਚੀ ਹੈ, ਫਿਰ ਇਹ ਨਹੀਂ ਸੀ ਪਹੁੰਚਣੀ। ਤੋਂ ਇਸ ਤਰ੍ਹਾਂ ਸਾਰਾਗੜ੍ਹੀ ਦੇ ਸਾਕੇ ਵਾਲੇ ਜਿਹੜੇ ਸਿੱਖ ਲੇਖੇ ਲਾਗੇ, ਉਹਨਾਂ ਨੂੰ ਸ਼ਹੀਦ ਵੀ ਕਹਿ ਰਹੇ ਨੇ, ਪਰ ਉਹ ਲੜੇ ਅੰਗਰੇਜ਼ਾਂ ਦੇ ਹੱਕ 'ਚ ਨੇ। ਇਸੇ ਤਰ੍ਹਾਂ ਹੋਰ ਬਹੁਤ ਕੁਝ ਵਾਪਰਿਆ। ਅਸੀਂ ਉਹਨੂੰ ਸਾਰੇ ਕਿਸੇ ਨੂੰ ਇੱਕ ਲਾਈਨ ਦੇ ਵਿੱਚ ਰੱਖ ਕੇ ਕਦੀ ਵਿਚਾਰ ਨਹੀਂ ਕੀਤੀ। ਸਾਡੇ ਇਤਿਹਾਸਕਾਰਾਂ ਨੇ ਦੋਵੇਂ ਪੱਖ ਕਦੀ ਸਾਹਮਣੇ ਨਹੀਂ ਲਿਆਂਦੇ, ਬਸ ਆਪਣੀ ਮਰਜ਼ੀ ਨਾਲ ਕਦੀ ਕਿਸੇ ਨੂੰ ਉਭਾਰ ਦਿੱਤਾ, ਕਦੀ ਕਿਸੇ ਨੂੰ ਉਭਾਰ ਦਿੱਤਾ। ਤੇ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਇਹ ਸਾਰੀਆਂ ਸ਼ਹੀਦੀਆਂ ਤੋਂ ਬਾਅਦ ਸਾਨੂੰ ਪ੍ਰਾਪਤੀ ਕੀ ਹੋਈ? ਕਦੀ ਇਹ ਤਾਂ ਸਾਨੂੰ ਦੱਸ ਦਿਓ ਕਿ ਬਹੁਤ ਸਾਡੀਆਂ ਸ਼ਹੀਦੀਆਂ ਹੋ ਗਈਆਂ, ਹੁਣ ਜਿਉਣਾ ਵੀ ਸਿਖਾ ਦਿਓ, ਕੁਝ ਪ੍ਰਾਪਤੀ ਵੀ ਕਰਕੇ ਵਿਖਾ ਦਿਓ, ਕੋਈ ਨੀਤੀਆਂ ਵੀ ਘੜ ਦਿਓ। ਸਾਡਾ ਪੈਸਾ ਵੀ ਬਰਬਾਦ ਹੋ ਰਿਹਾ ਹੈ, ਸਾਡੀ ਅਕਲ ਵੀ ਖੂਹ ਖਾਤੇ ਪੈ ਰਹੀ ਹੈ, ਸਾਡੀ ਨੌਜਵਾਨੀ ਵੀ ਬਰਬਾਦ ਹੋ ਰਹੀ ਹੈ। ਜਿਹੜੇ ਅੰਗਰੇਜ਼ਾਂ ਨੂੰ ਬਹੁਤ ਬੁਰੇ ਕਹਿ ਕੇ ਭੰਡਦੇ ਹੋ, ਉਹਨਾਂ ਦੇ ਦੇਸ਼ਾਂ 'ਚ ਤਰਲੇ ਕਰਕੇ ਤੁਸੀਂ ਜਾ ਕੇ ਵਸਦੇ ਹੋ, ਉਹ ਤੁਹਾਨੂੰ ਸੁੱਖ ਸਹੂਲਤਾਂ ਦਿੰਦੇ ਨੇ। ਕਦੀ ਇਹਨਾਂ ਪੱਖਾਂ ਵੱਲ ਵੀ ਝਾਤੀ ਮਾਰ ਲਿਆ ਕਰੋ ਵੀਰੋ ਮੇਰਿਓ, ਭੈਣੋ, ਨੌਜਵਾਨੋ। ਇੱਕੋ ਗੱਲ ਦਾ ਰੱਟਾ ਲਾਈ ਜਾਣਾ ਕਿ ਅਸੀਂ ਇਉਂ ਮਰਨ ਨੂੰ ਤਿਆਰ ਰਹਿੰਦੇ ਆ, ਅਸੀਂ ਇਉਂ ਸ਼ਹੀਦੀਆਂ ਪਾਉਂਦੇ ਆ। ਉਹ ਸ਼ਹੀਦੀਆਂ ਦਾ ਜ਼ਮਾਨਾ ਬੀਤ ਗਿਆ। ਅੱਜ ਦੇ ਹਾਲਾਤ ਅਨੁਸਾਰ ਆਪਣੀ ਜ਼ਿੰਦਗੀ ਨੂੰ ਤਿਆਰ ਕਰੋ, ਮਾਨਸਿਕ ਪੱਧਰ ਆਪਣਾ ਬਣਾਓ ਕਿ ਅਸੀਂ ਅੱਜ ਕੀ ਕਰਨਾ ਹੈ, ਸਾਡੇ ਵਾਸਤੇ ਕੀ ਫਾਇਦੇਮੰਦ ਹੈ। ਜਦੋਂ ਕਿ ਹਿੰਦੂਆਂ ਨੇ ਇੰਨੀ ਗਿਣਤੀ 'ਚ ਹੋਣ ਦੇ ਬਾਵਜੂਦ ਉਸ ਵੇਲੇ ਗੋਰਿਆਂ ਨਾਲ ਲੜਦਿਆਂ ਹੋਇਆਂ ਨਾ ਤਾਂ ਇੰਨਾ ਨੁਕਸਾਨ ਕਰਾਇਆ, ਉਹਨਾਂ ਦੇ ਲੀਡਰ ਸ਼ਾਇਦ ਸਿਆਣੇ ਸੀ, ਤੇ ਨਾ ਉਹਨਾਂ ਨੇ ਕੋਈ ਮੰਦਰਾਂ ਤੇ ਆਪਣੇ ਏਦਾਂ ਕਬਜ਼ੇ ਕਰਨ ਦੀ ਗੱਲ ਕੀਤੀ। ਮਤਲਬ ਉਹਨਾਂ ਦੇ ਵੀ ਜਿੱਦਾਂ ਭ੍ਰਿਸ਼ਟ ਜਿਹੜੇ ਪੁਜਾਰੀ ਲਾਣਾ ਤਾਂ ਉਹਨਾਂ ਦੇ ਵੀ ਹੋਣਾ ਆ, ਉੱਥੇ ਕੀ ਕੁਕਰਮ ਨਹੀਂ ਹੁੰਦੇ ਹੋਣੇ, ਕੀ ਕੁਛ ਨਹੀਂ ਹੁੰਦਾ ਹੋਣਾ। ਤੇ ਸਾਡੇ 'ਚ ਇਹ ਮਾਨਸਿਕਤਾ ਸਾਡੀ ਕਿਉਂ ਬਣਾਈ ਗਈ? ਅਸੀਂ ਕਿਉਂ ਇਹਨਾਂ ਚੀਜ਼ਾਂ ਨਾਲ ਨੂੰ ਅਸੀਂ ਏਦਾਂ ਬਰੂਦ ਵਾਂਗ ਭਰ ਜਾਂਦੇ ਆ ਕਿ ਗੋਲਿਆਂ ਵਾਂਗ ਏਦਾਂ ਫਟਣ ਦੀ ਸਾਨੂੰ ਮਤਲਬ ਇੱਛਾ ਅਸੀਂ ਜ਼ਾਹਰ ਕਰਨ ਲਈ ਤਿਆਰ ਰਹਿੰਦੇ ਆ ਕਿ ਅਸੀਂ ਤਾਂ ਮਰਨਾ ਆ। ਸੇਮ ਅੱਜ ਦੇ ਮੋਰਚਿਆਂ ਦੇ ਵਿੱਚ ਵੀ ਉਹ ਤੋਂ ਬਾਅਦ ਜਿਹੜੇ ਹੁੰਦੇ ਰਹੇ ਨੇ ਆਜ਼ਾਦੀ ਤੋਂ ਬਾਅਦ ਵੀ, ਤੇ ਉਹਦੇ 'ਚ ਵੀ ਅਸੀਂ ਇਸੇ ਤਰ੍ਹਾਂ ਜਿਹੜੀ ਆਪਣੀ ਅਕਲ ਹੈ ਉਹਦੀ ਵਰਤੋਂ ਨਹੀਂ ਕੀਤੀ। ਅਸੀਂ ਏਦਾਂ ਹੀ ਇਮੋਸ਼ਨਲ ਹੋਏ ਆ। ਕੁਝ ਕੁ ਲੋਕਾਂ ਵੱਲੋਂ ਸਾਨੂੰ ਵਰਗਲਾਇਆ ਗਿਆ ਜਿਹਦੇ ਨਾਲ ਅਸੀਂ ਆਪਣਾ ਵੱਡਾ ਘਾਣ ਕਰਵਾਇਆ, ਤੇ ਹਾਲੇ ਵੀ ਅੱਖਾਂ ਖੋਲ ਕੇ ਦੇਖਣ ਦੀ ਲੋੜ ਹੈ। ਆਉਣ ਵਾਲਾ ਸਮਾਂ ਸਾਨੂੰ ਕਦੇ ਮਾਫ ਨਹੀਂ ਕਰੇਗਾ। ਸਾਡੇ ਬੱਚੇ, ਉਹਨਾਂ ਦੇ ਬੱਚੇ ਸਾਨੂੰ ਸਵਾਲ ਕਰਨਗੇ, ਜਿਵੇਂ ਅੱਜ ਅਸੀਂ ਆਪਣੇ ਬਜ਼ੁਰਗਾਂ ਤੇ ਸਵਾਲ ਚੁੱਕ ਰਹੇ ਆ ਨਾ, ਤਾਂ ਸਾਡੇ ਤੇ ਵੀ ਸਵਾਲ ਚੁੱਕੇ ਜਾਣੇ ਨੇ ਕਿ ਤੁਸੀਂ ਉਸ ਸਮੇਂ 'ਚ ਦੁਨੀਆ ਜਦੋਂ ਇੰਨੀ ਸਿਆਣੀ ਹੈ, ਤੁਸੀਂ ਕਿੱਥੇ ਖੜੇ ਸੀ? ਕਿਉਂ ਬਾਪੂ ਜੀ, ਮੈਂ ਠੀਕ ਕਹਿ ਰਹੀ ਹਾਂ ਕਿ ਨਹੀਂ? ਬਿਲਕੁਲ ਠੀਕ ਹੈ। ਸਾਨੂੰ ਅੱਜ ਵੀ ਦੇਖਣਾ ਬਣਦਾ ਹੈ ਕਿ ਗੁਰਦੁਆਰਿਆਂ ਦਾ ਜਿਹੜਾ ਏਡੀ ਵੱਡੀ ਕਮਾਈ ਹੈ, ਧਨ ਦੌਲਤ ਹੈ, ਉਹ ਕਿਹੜੇ ਕੰਮ ਤੇ ਲੱਗ ਰਿਹਾ ਹੈ। ਮੈਂ ਇੱਥੋਂ ਤੱਕ ਕਹਿਣ ਤੇ ਮਜਬੂਰ ਹਾਂ, ਮੈਂ 20 ਕੁ ਮਿੰਟ ਦਾ ਪਹਿਲਾਂ ਵੀ ਉਦੋਂ ਇੱਕ ਵੀਡੀਓ ਬਣਾ ਕੇ ਪਾਈ ਸੀ, ਜਦੋਂ ਕਰਤਾਰਪੁਰ ਦਾ ਲਾਂਘਾ 550 ਸਾਲਾ ਮਨਾ ਕੇ ਗੁਰਦੁਆਰਾ ਬਣਾ ਕੇ ਉੱਥੇ ਬਹੁਤ ਵੱਡੇ ਪੈਮਾਨੇ ਤੇ ਪਾਕਿਸਤਾਨ 'ਚ ਭੀੜ ਇਕੱਠੀ ਕੀਤੀ ਗਈ ਸੀ। ਤੇ ਉਦੋਂ ਪ੍ਰਧਾਨ ਮੰਤਰੀ ਹਿੰਦੁਸਤਾਨ ਦਾ ਉੱਥੇ ਗਿਆ, ਪਾਕਿਸਤਾਨ ਦਾ ਪ੍ਰਧਾਨ ਮੰਤਰੀ ਅਤੇ ਹੋਰ ਬਹੁਤ ਵੱਡੇ ਵੱਡੇ ਲੋਕ। ਪਰ ਕਦੀ ਇਹ ਤਾਂ ਸੋਚ ਲਓ, ਅਰਬਾਂ ਰੁਪਈਆ ਉੱਥੇ ਰੋੜ ਕੇ ਉਹਦੇ ਚੋਂ ਨਿਕਲਿਆ ਕੀ? ਇੱਕ ਗੁਰਦੁਆਰਾ ਬਣਾ ਦਿੱਤਾ, ਤੇ ਉਸ ਗੁਰਦੁਆਰੇ ਦੇ ਵਿੱਚ ਹੁਣ ਤਰਲੇ ਕਰਦੇ ਫਿਰਦੇ ਨੇ ਕਿ ਸਾਨੂੰ ਜਾਣ ਦੀ ਇਜਾਜ਼ਤ ਤਾਂ ਦੇ ਦਿਓ, ਲਾਂਘਾ ਵੀ ਅਗਲਿਆਂ ਨੇ ਬੰਦ ਕਰ ਦਿੱਤਾ। ਭਲਿਓ ਲੋਕੋ, ਇੱਥੇ ਜਿਹੜੇ ਗੁਰਦੁਆਰੇ ਤੁਹਾਡੇ ਕੋਲੇ ਨੇ, ਅੰਮ੍ਰਿਤਸਰ ਦਾ, ਦਿੱਲੀ ਕਮੇਟੀ ਵਾਲੇ ਅਤੇ ਹੋਰ ਕਰੋੜਾਂ ਰੁਪਈਆਂ ਦੀ ਇਨਕਮ ਵਾਲੇ ਗੁਰਦੁਆਰੇ, ਉਹਨਾਂ ਦੀਆਂ ਗੋਲਕਾਂ ਨੂੰ ਠੀਕ ਢੰਗ ਨਾਲ ਵਰਤੋਂ ਕਰਨਾ ਤਾਂ ਸਿੱਖ ਲਓ, ਸਿੱਖਾਂ ਦੀ ਭਲਾਈ ਵਾਸਤੇ ਸਿੱਖ ਲਓ। ਤੇ ਸਿੱਖਾਂ ਦੇ ਨੌਜਵਾਨ ਅੱਜ ਭਟਕਦੇ ਫਿਰਦੇ ਨੇ ਤੇ ਬੇਰੁਜ਼ਗਾਰ ਨੇ, ਤੇ ਉਹਨਾਂ ਨੂੰ
ਕਿੰਨੀ ਗਰੀਬੀ ਦੇ ਵਿੱਚੋਂ ਲੰਘ ਰਹੇ ਨੇ, ਉਹਨਾਂ ਨੂੰ ਆਪਣੀ ਜ਼ਿੰਦਗੀ ਦਾਅ ਤੇ ਲਾਉਣੀ ਪੈ ਰਹੀ ਹੈ। ਵਿਦੇਸ਼ਾਂ ਨੂੰ ਜਾਇਜ਼ ਤੇ ਨਜਾਇਜ਼ ਤਰੀਕਿਆਂ ਦੇ ਨਾਲ ਜ਼ਮੀਨਾਂ ਜਾਇਦਾਦਾਂ ਵੇਚ ਕੇ ਉਹ ਜਾ ਰਹੇ ਨੇ। ਕਦੀ ਆਪਣੀ ਜਵਾਨੀ ਨੂੰ ਸਾਂਭ ਲਓ। ਅੱਜ ਵੀ ਗੁਰਦੁਆਰਿਆਂ ਦੀ ਦੌਲਤ ਹੈ, ਉਹਨੂੰ ਠੀਕ ਢੰਗ ਨਾਲ ਵਰਤੋਂ ਕਰਨੀ ਸਿੱਖ ਲਓ, ਪ੍ਰਬੰਧ ਨੂੰ ਸੁਧਾਰ ਦਿਓ। ਪੁਰਾਣੀਆਂ ਗੱਲਾਂ ਬਹੁਤ ਪੁਰਾਣੀਆਂ ਹੋ ਗਈਆਂ, ਉਹਨਾਂ ਨੂੰ ਮੁੜ ਕੇ ਦੁਹਰਾਉਣ ਦੀ ਥਾਂ ਤੇ ਅੱਜ ਜਿਹੜਾ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ 'ਚ ਧਾਂਦਲੀਆਂ ਮਚੀਆਂ ਨੇ, ਅਖਬਾਰਾਂ ਦੇ ਵਿੱਚ ਰੋਜ਼ ਆਉਂਦਾ, ਤੇ ਉਹਨੂੰ ਵੀ ਕਦੇ ਸੁਧਾਰ ਕੇ ਚੰਗੇ ਪਾਸੇ ਪ੍ਰਬੰਧ ਲਿਆਉਣ ਦਾ ਉਪਰਾਲਾ ਕਰੋਗੇ ਕਿ ਇਸੇ ਤਰ੍ਹਾਂ ਪੁਰਾਣੇ ਰੋਣੇ ਰੋਂਦੇ ਰਹੋਗੇ। ਬਹੁਤ 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 ਧੰਨਵਾਦ ਆਪ ਜੀ ਦਾ। ਤੇ ਮੈਂ ਇੱਥੋਂ ਇੱਕ ਗੱਲ ਹੋਰ ਕਹਿਣਾ ਚਾਹਾਂਗੀ ਬਾਪੂ ਜੀ, ਵੀ ਕੀ ਆਲੋਚਨਾ ਕਰਨੀ ਸਹੀ ਨਹੀਂ ਹੈ? ਆਪਣੇ ਘਰ ਦੇ ਵਿੱਚ ਵੀ ਜਦੋਂ ਕੁਝ ਗਲਤ ਹੋ ਰਿਹਾ ਹੋਵੇ ਆਪਾਂ ਉਹਨੂੰ ਠੀਕ ਕਰਨ ਦਾ ਯਤਨ ਕਰਦੇ ਹਾਂ। ਜਿਹੜੀਆਂ ਪੁਰਾਣੀਆਂ ਪਰੰਪਰਾਵਾਂ ਸੀ, ਗੁਰੂ ਨਾਨਕ ਸਾਹਿਬ ਨੇ, ਕਬੀਰ ਜੀ ਨੇ, ਨਾਮਦੇਵ ਜੀ ਨੇ, ਉਹਨਾਂ ਗੁਰਬਾਣੀ ਰਚੇਤਾ ਮਹਾਂਪੁਰਖਾਂ ਨੇ ਉਹਨਾਂ ਦੀ ਦੱਬ ਕੇ ਆਲੋਚਨਾ ਕੀਤੀ ਹੈ। ਜਿਹੜੀ ਗੱਲ ਉਹਨਾਂ ਨੂੰ ਚੰਗੀ ਨਹੀਂ ਸੀ ਲੱਗਦੀ ਤੇ ਜਿਹੜੀ ਉਹਨਾਂ ਨੂੰ ਲੱਗਦਾ ਸੀ ਕਿ ਸਮਾਜ ਦੇ ਭਲੇ ਵਾਸਤੇ ਹੈ, ਉਹਦੇ ਹੱਕ ਵਿੱਚ ਉਹਨਾਂ ਨੇ ਬਾਣੀ ਲਿਖੀ ਹੋਈ ਹੈ। ਆਲੋਚਨਾ ਕਿਸੇ ਨੂੰ ਨੀਵਾਂ ਦਿਖਾਉਣ ਵਾਸਤੇ ਨਹੀਂ ਹੁੰਦੀ, ਬਲਕਿ ਉਹਦੇ ਵਿੱਚੋਂ ਕੋਈ ਸਿੱਖੀ ਦਾ ਹੁੰਦਾ ਹੈ ਤੇ ਆਉਣ ਵਾਲੇ ਸਮੇਂ 'ਚ ਸੁਧਾਰ ਕਰਕੇ ਆਪਣੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰੀਦਾ ਹੁੰਦਾ ਹੈ। ਜਿੰਨੀਆਂ ਪੁਰਾਣੇ ਸਮਿਆਂ 'ਚ ਗਲਤੀਆਂ ਹੁੰਦੀਆਂ ਨੇ, ਉਹਨਾਂ ਗਲਤੀਆਂ ਤੋਂ ਸਬਕ ਸਿੱਖ ਕੇ ਇਹ ਸੋਚੀਦਾ ਕਿ ਅੱਗੇ ਤੋਂ ਇਹੋ ਜਿਹੀ ਗਲਤੀ ਮੈਂ ਨਾ ਕਰ ਲਵਾਂ, ਤਾਂ ਕਿ ਮੇਰੇ ਸਮਾਜ ਦਾ, ਮੇਰੇ ਪਰਿਵਾਰ ਦਾ, ਮੇਰੀ ਕੌਮ ਦਾ ਕੋਈ ਫਿਰ ਦੁਬਾਰਾ ਨੁਕਸਾਨ ਨਾ ਹੋ ਜਾਵੇ। ਇਹ ਜਿਹੜੀ ਆਲੋਚਨਾ ਦਾ ਭਾਵ ਹੁੰਦਾ ਹੈ, ਅੱਗੇ ਵਾਸਤੇ ਠੀਕ ਰਾਹ ਲੱਭਣ ਦਾ ਉਪਰਾਲਾ ਕਰ। ਤੇ ਜੇ ਇਸ ਤਰ੍ਹਾਂ ਅਸੀਂ ਆਲੋਚਨਾ ਨੂੰ ਅੱਖੋਂ ਪਰੋਖੇ ਕਰਦੇ ਹਾਂ ਤੇ ਸਹੀ ਆਲੋਚਨਾ, ਤੇ ਫਿਰ ਕੀ ਹੁੰਦਾ? ਨਿੱਕੀਆਂ ਨਿੱਕੀਆਂ ਗੱਲਾਂ ਜਦੋਂ ਅਸੀਂ ਬਰਦਾਸ਼ਤ ਨਹੀਂ ਕਰਦੇ, ਆਪਣੀ ਹਉਮੈ ਤੇ ਈਗੋ ਤੇ ਲੈ ਲੈਂਦੇ ਆ, ਤਾਂ ਫਿਰ ਆਪਣਾ ਘਰ ਹੈ ਜਿਹੜਾ ਉਹਦੇ 'ਚ ਫੁੱਟ ਪੈ ਜਾਂਦੀ ਹੈ। ਤੇ ਸਾਡੇ ਵੱਡੇ ਘਰ ਦੇ ਵਿੱਚ ਪੰਜਾਬ ਦੀ ਬਰਬਾਦੀ ਦਾ ਕਾਰਨ ਹੈ ਜਿਹੜਾ, ਮੈਨੂੰ ਵੀ ਲੱਗਦਾ ਹੈ, ਤੁਸੀਂ ਵੀ ਸ਼ਾਇਦ ਜ਼ਰੂਰ ਸੋਚੋਗੇ ਕਿ ਇਹੀ ਹੈ ਕਿ ਅਸੀਂ ਆਲੋਚਨਾ ਨੂੰ ਸਹੀ ਤਰੀਕੇ ਨਾਲ ਲਿਆ ਹੀ ਨਹੀਂ। ਸਾਨੂੰ ਕੋਈ ਸਵਾਲ ਕਰਦਾ ਤਾਂ ਅਸੀਂ ਮਾਰਨ ਪੈਂਦੇ ਆ, ਤੇ ਅਸੀਂ ਅੱਜ ਵੀ ਜੰਗਲੀ ਵਿਵਹਾਰ ਹੈ ਜਿਹੜਾ, ਉਹਦੇ ਤੋਂ ਆਪਣਾ ਪਿੱਛਾ ਨਹੀਂ ਛਡਾਇਆ। ਸਾਨੂੰ ਸੱਭਿਅਕ ਤੌਰ ਤੇ ਨਾ ਰਹਿਣਾ ਬਹਿਣਾ ਆਇਆ ਤੇ ਨਾ ਅਸੀਂ ਬੋਲਣਾ ਸਿੱਖਿਆ। ਸੋ ਇਸੇ ਕਰਕੇ ਨੁਕਸਾਨ ਹਲੇ ਤੱਕ ਹੋ ਰਿਹਾ ਹੈ, ਤੇ ਆਉਣ ਵਾਲੇ ਸਮੇਂ 'ਚ ਵੀ ਜੇ ਇਸੇ ਤਰ੍ਹਾਂ ਚੱਲਦੇ ਰਹੇ ਤਾਂ ਲੱਗਦਾ ਸੁਧਾਰ ਹੋਣ ਦੀ ਆਸ ਨਹੀਂ ਹੈ। ਅਖੀਰ ਦੇ ਵਿੱਚ ਕੁਝ ਬਾਪੂ ਜੀ ਆਪ ਜੀ ਕਹਿਣਾ ਚਾਹੋ? ਇੰਨੀ ਕੁ ਬੇਨਤੀ ਹੈ ਕਿ ਆਪਾਂ ਅੱਜ ਹਰੇਕ ਬੰਦਾ ਫੇਸਬੁੱਕ ਤੇ, YouTube ਤੇ ਆਪਣੀ ਆਡੀਓ ਵੀਡੀਓ ਬਣਾ ਕੇ ਬਹੁਤ ਪਾ ਰਹੇ ਨੇ, ਪਰ ਇਹ ਬੋਲਣ ਤੋਂ ਅਤੇ ਕੁਝ ਲਿਖ ਕੇ ਪਾਉਣ ਤੋਂ ਪਹਿਲਾਂ ਕੋਈ ਸਟੱਡੀ ਕਰ ਲਿਆ ਕਰੋ, ਤਿਆਰੀ ਕਰ ਲਿਆ ਕਰੋ, ਪੜ੍ਹ ਲਿਆ ਕਰੋ। ਤੇ ਪੜ੍ਹੇ ਲਿਖੇ ਤੋਂ ਬਿਨਾਂ ਐਵੇਂ ਆਪਣੀਆਂ ਫੋਟੋਆਂ ਪਾਈ ਜਾਣੀਆਂ, ਵਿੰਗੇ ਟੇਢੇ ਬਿਆਨ ਦੇਈ ਜਾਣੇ, ਜਿਹਦਾ ਕੋਈ ਮਕਸਦ ਨਹੀਂ ਹੈ, ਕੇਵਲ ਸਮਾਂ ਬਰਬਾਦ ਕਰੀ ਜਾਣਾ। ਸਟੱਡੀ ਕਰਕੇ ਹੀ ਬੰਦਾ ਆਪਣੇ ਸਮਾਜ ਦਾ ਕੋਈ ਭਲਾ ਕਰ ਸਕਦਾ ਹੈ। ਇਹ ਤੁਹਾਡੀਆਂ ਵਿੰਗੇ ਟੇਢੇ ਬਿਆਨਾਂ ਨਾਲ ਅਤੇ ਤੁਹਾਡੀਆਂ ਫੋਟੋਆਂ ਨਾਲ ਸਾਡੇ ਸਮਾਜ ਦਾ ਸੰਵਰਨਾ ਕੁਝ ਨਹੀਂ ਹੈ, ਕੇਵਲ ਸਮੇਂ ਦੀ ਬਰਬਾਦੀ ਬਹੁਤ ਹੋ ਜਾਣੀ ਹੈ। ਆਪਣੇ ਘਰਾਂ 'ਚ ਗੁਰਬਾਣੀ ਦੀਆਂ ਪੋਥੀਆਂ, ਇਤਿਹਾਸ ਦੀਆਂ ਕਿਤਾਬਾਂ, ਵਿਗਿਆਨ ਨਾਲ ਸੰਬੰਧਿਤ ਚੰਗੇ ਵਿਦਵਾਨਾਂ ਦੀਆਂ ਕਿਤਾਬਾਂ ਜਿਹੜੀਆਂ ਸਾਨੂੰ ਚੰਗੀ ਸੇਧ ਦੇ ਸਕਣ, ਇਹੋ ਜਿਹੀਆਂ ਕਿਤਾਬਾਂ ਆਪਣੇ ਘਰਾਂ 'ਚ ਰੱਖੋ, ਸਟੱਡੀ ਕਰੋ। ਜੇ ਫੇਸਬੁੱਕ ਤੋਂ ਜਾਂ YouTube ਤੋਂ ਕੁਝ ਪੜ੍ਹਨਾ ਵੀ ਹੈ, ਪਹਿਲਾਂ ਇਹ ਫੈਸਲਾ ਕਰ ਲਓ ਕਿ ਕਿਹੜੇ ਵਿਦਵਾਨ ਨੂੰ ਪੜ੍ਹਨਾ ਹੈ। ਐਵੇਂ ਟੱਕਰਾਂ ਨਾ ਮਾਰੋ। ਚੰਗੀ ਵਿਦਿਆ ਕਿਤੋਂ ਵੀ ਮਿਲਦੀ ਹੈ, ਉਹ ਜ਼ਰੂਰ ਲਓ। ਚੰਗੇ ਅਤੇ ਬੁਰੇ ਦੀ ਪਛਾਣ ਕਰਨੀ ਜ਼ਰੂਰ ਸਿੱਖ ਲਓ। ਬਹੁਤ 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 ਧੰਨਵਾਦ ਜੀ, ਜੇ ਆਪ ਜੀ ਨੇ ਇੰਨੀ ਵੱਡਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਤਤ ਗੁਰਮਤ ਗਿਆਨ ਮੀਡੀਆ ਵਾਲੇ ਵੀਰਾਂ ਦਾ ਜੋ YouTube ਚੈਨਲ ਚਲਾਉਂਦੇ ਨੇ, ਬਹੁਤ ਧੰਨਵਾਦ। ਜਿਨ੍ਹਾਂ ਰਾਹੀਂ ਬਾਪੂ ਜੀ ਦੇ ਜੋ ਵੱਡਮੁੱਲੇ ਵਿਚਾਰ ਨੇ ਤੁਹਾਡੇ ਸਾਰਿਆਂ ਤੱਕ ਪਹੁੰਚਦੇ ਨੇ। ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੇ ਲਈ ਅਸੀਂ ਖਿਮਾ ਮੰਗਦੇ ਹਾਂ ਜੀ। ਤੇ ਬਾਪੂ ਜੀ ਫਿਰ ਮਿਲਾਂਗੇ ਕਿਸੇ ਹੋਰ ਟੌਪਿਕ ਤੇ ਗੱਲਬਾਤ ਕਰਨ ਦੇ ਲਈ। ਤੇ ਹੁਣ ਅਸੀਂ ਆਪ ਜੀ ਨੂੰ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।